Sikh24.com ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਸਭ ਤੋਂ ਪਹਿਲਾਂ ਫਤਿਹ ਸਾਂਝ ਪਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਜਿਹੜੇ ਸਰਦਾਰ ਇਸ ਵੇਲੇ ਬੈਠੇ ਹੋਏ ਆ ਉਹਨਾਂ ਦਾ ਨਾਮ ਹੈ ਸਰਦਾਰ ਸੁਰਿੰਦਰ ਸਿੰਘ ਫੌਜੀ। ਜ਼ਿਲ੍ਹਾ ਤਰਨਤਾਰਨ ਦੇ ਨਾਲ ਸੰਬੰਧਿਤ ਆ ਤੇ ਇਲਾਕਾ ਇਹਨਾਂ ਦਾ ਫਤਿਹਾਬਾਦ ਆ। ਅੱਜ ਦੀ ਜਿਹੜੀ ਇਹ ਗੱਲਬਾਤ ਅਸੀਂ ਕਰ ਲਈ ਤੁਹਾਡੇ ਨਾਲ ਜੁੜੇ ਆ, ਇਸ ਦਾ ਵਿਸ਼ਾ ਵਾ ਤੀਜਾ ਘੱਲੂਘਾਰਾ। ਜੂਨ 1984 ਦਾ ਹਮਲਾ ਜੋ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਉੱਤੇ, ਸ੍ਰੀ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖ਼ਤ ਸਾਹਿਬ ਦੇ ਉੱਤੇ ਕੀਤਾ ਗਿਆ, ਉਸ ਦੇ ਜਿਹੜੇ ਚਸ਼ਮਦੀਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਇਸ ਤੋਂ ਪਹਿਲਾਂ ਇੱਕ ਗੱਲਬਾਤ ਸਰਦਾਰ ਭਗਵੰਤ ਸਿੰਘ ਹੋਣਾ ਨਾਲ ਕੀਤੀ ਸੀ, ਜਿਹੜੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਭਾਰਤੀ ਫੌਜ ਜਦੋਂ ਚੜ੍ਹ ਕੇ ਆਈ ਜਾਂ ਭਾਰਤੀ ਫੋਰਸਾਂ ਚੜ੍ਹ ਕੇ ਆਈਆਂ ਤਾਂ ਉਹਨਾਂ ਦੇ ਨਾਲ ਹਥਿਆਰਬੰਦ ਹੋ ਕੇ ਜੂਝੇ ਸਨ। ਜੋ ਸਿੱਖ ਇਸ ਵੇਲੇ ਪਹੁੰਚੇ ਹੋਏ ਆ ਮੇਰੇ ਨਾਲ ਗੱਲਬਾਤ ਕਰਨ ਲਈ, ਮਹਿਮਾਨ ਵਜੋਂ ਨਾਲ ਬੈਠੇ ਹੋਏ ਆ, ਇਹ ਉਸ ਸਮੇਂ ਜੂਝੇ ਤਾਂ ਨਹੀਂ, ਪਰ ਇਹ ਇੱਕ ਚਸ਼ਮਦੀਦ ਵਜੋਂ ਸ੍ਰੀ ਦਰਬਾਰ ਸਾਹਿਬ ਗਏ ਹੋਏ ਸਨ। 3 ਜੂਨ 1984 ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਸਿੱਖ ਵਾਂਗ ਦਰਸ਼ਨ ਦਿਦਾਰੇ ਕਰਨ ਗਏ ਸਨ। ਉਸ ਵੇਲੇ ਦੇ ਹਾਲਾਤ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਹਾਲਾਤ ਸਨ, ਅਸੀਂ ਉਹ ਹਾਲਾਤ ਇਹਨਾਂ ਦੇ ਜ਼ੁਬਾਨੀ ਸੁਣਨਾ ਚਾਹੁੰਦੇ ਹਾਂ। ਇਹ ਸਾਰਾ ਕੁਝ ਅਸੀਂ ਇਸ ਕਰਕੇ ਸਾਂਭ ਰਹੇ ਹਾਂ ਕਿ 1984 ਜਾਂ ਜੋ ਵੀ ਵੱਡੀਆਂ ਘਟਨਾਵਾਂ 20ਵੀਂ ਸਦੀ ਦੇ ਆਖਰੀ ਦਹਾਕਿਆਂ ਦੇ ਵਿੱਚ ਸਿੱਖਾਂ ਦੇ ਨਾਲ ਵਾਪਰੀਆਂ, ਅਸੀਂ ਉਹਨਾਂ ਸਾਰੀਆਂ ਦੇ ਤੱਥ ਸਾਂਭਣਾ ਚਾਹੁੰਦੇ ਹਾਂ। ਸਾਡੀ ਜਿੱਥੋਂ ਤੱਕ ਪਹੁੰਚ ਹੋਈ ਜਾਂ ਜਿੰਨੀ ਵੀ ਸਮੇਂ ਨੇ ਆਗਿਆ ਦਿੱਤੀ ਜਾਂ ਜਿੰਨੀ ਅਕਾਲ ਪੁਰਖ ਨੇ ਕਿਰਪਾ ਸਾਡੇ 'ਤੇ ਕੀਤੀ, ਅਸੀਂ ਉਹ ਇਸ ਚੈਨਲ ਦੇ ਰਾਹੀਂ ਸਾਂਭਣਾ ਚਾਹੁੰਦੇ ਹਾਂ। ਸੋ ਇਹ ਗੱਲਬਾਤ ਉਸ ਤੱਥਾਂ ਨੂੰ ਸਾਂਭਣ ਦੀ ਜਿਹੜੀ ਸਾਡੀ ਰੁਚੀ ਆ ਉਹਦਾ ਹੀ ਹਿੱਸਾ ਵਾ। ਸੋ ਇਹ ਜਿਹੜੀ ਗੱਲਬਾਤ ਆ ਮੈਂ ਸਰਦਾਰ ਸੁਰਿੰਦਰ ਸਿੰਘ ਫੌਜੀ ਹੋਣਾ ਨਾਲ ਸ਼ੁਰੂ ਕਰਨ ਜਾ ਰਿਹਾ। ਭਾਈ ਸਾਹਿਬ ਜੀ, ਅੱਜ ਦੀ ਜਿਹੜੀ ਗੱਲਬਾਤ ਆਪਾਂ ਕਰ ਰਹੇ ਹਾਂ, 3 ਜੂਨ 1984 ਨੂੰ ਤੁਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਂਦੇ ਜੀ। ਉਸ ਵੇਲੇ ਦਾ ਜਿਹੜਾ ਹਾਲ ਆ ਅਸੀਂ ਤੁਹਾਡੇ ਕੋਲੋਂ ਸਾਰਾ ਸੁਣਨਾ ਚਾਹੁੰਦੇ ਹਾਂ ਜੀ। 3 ਜੂਨ 1984 ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਣ ਦਾ ਸਬਬ ਕਿਵੇਂ ਬਣਿਆ? ਉਹ ਸਬਬ ਇੱਦਾਂ ਬਣਿਆ ਜੀ, ਭਾਈ ਮੇਰੇ ਇੱਥੇ ਦੋਸਤ ਨੇ ਫਤਿਹਾਬਾਦ ਡਾਕਟਰ ਹੁੰਦੇ ਸੀਗੇ ਜੀ। ਉਹਨਾਂ ਦੀ ਭਾਣਜੀ ਜਿਹੜੀ ਸੀਗੀ ਉਹ ਮੈਂਟਲੀ ਅਪਸੈਟ, ਉਹ ਦਵਾਈ ਜਿਹੜੀ ਸੀ ਉਹ ਤਾਂ ਮੈਂਟਲ ਹਸਪਤਾਲ ਨੂੰ ਮਿਲਦੀ ਸੀਗੀ। ਉਹ ਦਵਾਈ ਹੋਰ ਕੇ ਕਮਿਸਟ ਤੋਂ ਮਿਲਦੀ ਉੱਥੋਂ ਮਿਲਦੀ ਜਿੱਥੇ ਮੈਂਟਲ ਹਸਪਤਾਲ ਦੇ ਉਸ ਜਿਹੜੀ ਦੁਕਾਨਾਂ ਦਵਾਈ ਦੀਆਂ ਸੀਗੀਆਂ ਜੀ। ਉਹ ਸਵੇਰੇ ਮੇਰੇ ਕੋਲ ਆਇਆ ਅਰਲੀ ਇਨ ਦੀ ਮਾਰਨਿੰਗ, ਮੈਨੂੰ ਕਹਿਣ ਲੱਗੇ ਆਪਾਂ ਸੁਰਿੰਦਰ ਸਿੰਘ ਜੀ ਜਾਣਾ ਦਵਾਈ ਲੈਣ ਤੇ ਤੁਸੀਂ ਮੇਰੇ ਨਾਲ ਚੱਲੋ। ਮੈਂ ਤਿਆਰ ਹੋ ਕੇ ਅਸੀਂ ਪਹਿਲੀ ਬੱਸ ਫੜੀ ਆ ਤੇ ਅਸੀਂ ਅੰਮ੍ਰਿਤਸਰ ਨੂੰ ਚੱਲ ਪਏ ਹਾਂ ਜੀ। ਅੰਮ੍ਰਿਤਸਰ ਜਾ ਕੇ ਅਸੀਂ ਰਕਸ਼ਾ ਲੈ ਕੇ ਤੇ ਮੈਂਟਲ ਹਸਪਤਾਲ ਗਏ ਆ, ਉੱਥੋਂ ਅਸੀਂ ਦਵਾਈ ਲੈ ਲਈ ਆ। ਦਵਾਈ ਲੈ ਕੇ ਫਿਰ ਅਸੀਂ ਵਾਪਸ ਮੁੜਨਾ ਸੀਗਾ ਤੇ ਜਦੋਂ ਉੱਚੇ ਪੁਲ ਤੇ ਰਕਸ਼ਾ ਸਾਡਾ ਆਇਆ ਤੇ ਮੈਂ ਰਕਸ਼ੇ ਵਾਲੇ ਨੂੰ ਆਖਿਆ ਕਿ ਸਾਨੂੰ ਦਰਬਾਰ ਸਾਹਿਬ ਲੈ ਜਾ, ਤੈਨੂੰ ਅਸੀਂ ਐਕਸਟਰਾ ਪੈਸੇ ਦੇ ਦਿਆਂਗੇ ਜੀ। ਅਚਾਨਕ ਖਿਆਲ ਆਇਆ ਹੈ ਕਿ ਜੋ ਦਰਸ਼ਨ ਕਰ ਆਏ ਆ, ਦਰਸ਼ਨ ਕਰਕੇ ਜਾਈਏ। ਉਹਦਾ ਬੱਸ ਅੱਡੇ ਜਾਣਾ ਸੀ? ਉਦੋਂ ਬੱਸ ਅੱਡੇ ਜਾਣਾ ਸੀ ਅਸੀਂ। ਤੇ ਉਹ ਕਹਿਣ ਲੱਗਾ, ਸਰਦਾਰ ਜੀ ਤੁਸੀਂ ਉੱਥੇ ਜਾ ਨਹੀਂ ਸਕਦੇ ਦਰਬਾਰ ਸਾਹਿਬ, ਉੱਥੇ ਤਾਂ ਬੜੀ ਜਲਿਆਂਵਾਲੇ ਬਾਗ ਦੇ ਲਾਗੇ ਤੇ ਬਹੁਤ ਜ਼ਿਆਦਾ ਫੌਜ ਤੇ BS ਦੂਜੇ ਕਿਹੜੀਆਂ ਫੌਜਾਂ ਬੈਠੀਆਂ ਆਣ ਕੇ। ਤੇ ਮੈਂ ਆਖਿਆ ਕੋਈ ਨਹੀਂ, ਉਹ ਮੋੜ ਹੀ ਦੇਣਗੇ ਕਿ ਤੁਹਾਨੂੰ ਲੈ ਤੇ ਚੱਲ, ਤੈਨੂੰ ਐਕਸਟਰਾ ਪੈਸੇ ਦੇ ਦਿਆਂਗੇ। ਉਹ ਰਕਸ਼ਾ ਤੁਰ ਪਿਆ। ਜਦੋਂ ਅਸੀਂ ਉੱਥੇ ਪਹੁੰਚੇ ਹਾਂ ਚੌਂਕ ਜਿੱਥੇ ਕਦੀ ਮਲਕਾ ਦਾ ਬੁੱਤ ਹੁੰਦਾ ਸੀਗਾ, ਉਹ ਬਿਲਕੁਲ ਜਲਿਆਂਵਾਲੇ ਬਾਗ ਦੇ ਜਿਹੜਾ ਚੌਂਕ ਪੈਂਦਾ ਨਾ ਉੱਥੇ ਆ, ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਹੁਣ ਬੁੱਤ ਲੱਗਾ ਹੋਇਆ। ਇਹ ਉਹ ਮੈਨੂੰ ਨਹੀਂ ਪਤਾ ਉੱਥੇ ਲੱਗਾ, ਉਹ ਕਿਉਂ ਸਾਰਾ ਅਦਲੀ ਬਦਲੀ ਹੋ ਗਿਆ ਸਾਰਾ ਹੀ। ਇਹ ਉਸ ਟਾਈਮ ਦੀ ਗੱਲ ਹੈਗੀ ਜਦੋਂ ਮੋਚੀ ਬਾਜ਼ਾਰ ਵੀ ਹੁੰਦਾ ਸੀ, ਸਾਰੇ ਕੁਛ ਹੁੰਦੇ ਸੀਗੇ। ਹੁਣ ਤੇ ਸਾਡਾ ਆਟੂ ਦਿੱਤਾ ਸਭ ਕੁਛ। ਉਹ ਤੋਂ ਸਾਰੀ ਫੋਰਸ ਸਾਨੂੰ ਹੀ ਦਿਸਪੀ ਸੀਗੀ ਲੱਗੀ ਹੋਈ। ਉਹ ਰਕਸ਼ਾ ਤੁਰਿਆ ਗਿਆ, ਉਹ ਪਹੁੰਚ ਗਿਆ। ਉਹ ਪਹਿਲਾਂ ਫੌਜ ਦਾ ਸਾਰਾ ਸਾਡੇ ਵੱਲ ਧਿਆਨ ਸੀਗਾ। ਉਹਨੇ ਚਿਰ ਨੂੰ ਇੱਕ ਚਿੱਟੇ ਰੰਗ ਦੀ ਕਾਰ ਆਈ ਆ ਜਿੱਥੇ ਲਾਲ ਬੱਤੀ ਲੱਗੀ ਹੋਈ ਸੀਗੀ। ਉਹ ਜੇ ਬੱਤੀ ਆਈ, ਉਹ ਕਾਲੇ ਸ਼ੀਸ਼ੇ ਸੀ ਕਾਰ ਦੇ। ਅਸੀਂ ਵੀ ਨਹੀਂ ਵੇਖਿਆ ਕੌਣ ਵਿੱਚ ਹੈਗਾ ਕਿ ਨਹੀਂ ਹੈਗਾ, ਸਾਰਾ ਖਿਆਲ ਉਹ ਜਿਹੜੀ ਗੱਡੀ ਆਈ ਸੀ ਨਾ, ਜਦੋਂ ਉਹ ਜਿੰਨੀ ਫੋਰਸ ਸੀ ਉਹ ਸਾਰੀ ਜਿਹੜੀ ਸੀ ਉਸ ਕਾਰ ਵੱਲ ਨੂੰ ਵੇਖਣ ਲੱਗ ਪਈ ਤੇ ਸਾਨੂੰ ਨਹੀਂ ਕਿਸੇ ਨੇ ਰੋਕਿਆ। ਉਹ ਗੱਡੀ ਜਾ ਕੇ ਉਰਲੇ ਬਾਜ਼ਾਰ ਤੋਂ ਖੱਬੇ ਪਾਸੇ ਨੂੰ ਮੁੜ ਗਈ ਆ ਤੇ ਅਸੀਂ ਘੰਟਾ ਘਰ ਚਲੇ ਗਏ ਆ। ਘੰਟਾ ਘਰ ਅਸੀਂ ਰਕਸ਼ਾ ਨੂੰ ਪੈਸੇ ਦਿੱਤੇ ਆ ਤੇ ਉਹ ਉੱਥੇ ਮੋਚੀ ਬਾਜ਼ਾਰ 'ਚ ਪੈ ਕੇ ਅਸੀਂ ਸਰਾਂ ਵਾਲੇ ਪਾਸੇ ਆ ਗਏ ਆ ਜੀ। ਸਰਾਂ ਵਾਲੇ ਪਾਸੇ ਆਏ ਆ ਤੇ ਉੱਥੇ ਅਸੀਂ ਗਏ। ਸੁਰਿੰਦਰ ਸਿੰਘ ਹੁੰਦਾ, ਬਨਗਾਂ ਵੀ ਹੁੰਦੇ ਸੀ ਸੁਰਿੰਦਰ ਸਿੰਘ ਜੀ, ਇਹ ਉਹਦੇ ਕੋਲ ਗਏ। ਉਹ ਬਹੁਤ ਬੜਾ ਪਿਆਰ ਕਰਦੇ ਸਾਡੇ ਨਾਲ ਤੇ ਵਾਕਫ ਵੀ ਸੀਗੇ। ਵਿੰਗਰ ਬਿਲਕੁਲ ਖਡੂਰ ਸਾਹਿਬ ਦੇ ਲਾਗੇ ਪਿੰਡ ਹੈਗਾ, ਜਿਹੜੇ ਨਾਗੂ ਕੇ ਜਥੇ ਵਾਲੇ ਦਾ ਹਿੱਸਾ ਹੀ ਸਨ ਉਹਨਾਂ ਸਿੰਘਾਂ ਨਾਲ। ਹਾਂ, ਉਹ ਸੀਗੇ ਬਸ।
ਉਹਨਾਂ ਕੋ ਗਏ ਤੇ ਜਦੋਂ ਉੱਥੇ ਜਦੋਂ ਫਤਿਹ ਬੁਲਾਈ, ਉਹਨਾਂ ਫਤਿਹ ਦਾ ਜਵਾਬ ਦਿੱਤਾ ਤੇ ਬੜੇ ਹੈਰਾਨ ਹੋਏ। ਮੈਨੂੰ ਕਹਿਣ ਲੱਗੇ, ਸੁਰਿੰਦਰ ਸਿੰਘ ਤੁਸੀਂ ਆ ਕਿੱਦਾਂ ਗਏ? ਸਾਰੇ ਪਾਸੇ ਫੌਜ ਨੇ ਘੇਰਾ ਪਾਇਆ ਆ, CRP PF ਸਾਰੀ ਇੱਥੇ ਇਕੱਠੀ ਨੇ, ਤੁਸੀਂ ਆ ਕਿੱਦਾਂ ਗਏ? ਮੈਂ ਬੜਾ ਹੈਰਾਨ ਹੈ ਚੀਜ਼ ਤੋਂ। ਮੈਂ ਫਿਰ ਉਹਨੂੰ ਜਦੋਂ ਦੱਸੀ ਨਾ, ਪਤਾ ਗੱਡੀ ਆਈ ਇੱਦਾਂ ਆਈ ਤੇ ਉਹ ਲਾਲ ਬੱਤੀ ਲੱਗੀ ਸੀ, ਕਾਲੇ ਸ਼ੀਸ਼ੇ ਸੀ, ਤੇ ਉਹ ਫੌਜ ਉੱਧਰ ਵੇਖਣ ਲੱਗ ਪਈ ਤੇ ਅਸੀਂ ਇੱਦਾਂ ਉੱਥੇ ਆ ਗਏ। ਉੱਥੇ ਮੋਚੀ ਬਾਜ਼ਾਰ ਪੈ ਕੇ ਤੇ ਹਿੱਸਿਆਂ ਵੱਲ ਆ ਗਏ। ਸੁਰਿੰਦਰ ਸਿੰਘ ਨੂੰ ਮਿਲੇ, ਉਹ ਸਾਰੀ ਕਹਾਣੀ ਮੈਂ ਜਿਹੜੀ ਪਹਿਲਾਂ ਦੱਸ ਚੁੱਕਾ ਵਾਂ। ਉਹ ਫਿਰ ਕਹਿਣ ਲੱਗੇ, ਬੜੇ ਹੈਰਾਨ ਹੋਏ ਜਦੋਂ ਸਾਰੀ ਉਹਨਾਂ ਨੂੰ ਦੱਸੀ, ਕਾਰ ਦੀ ਗੱਲ ਦੱਸੀ। ਉਹ ਕਹਿਣ ਲੱਗੇ ਵੀ ਲੂੰਬੜ ਕੋਈ ਚਾਲ ਚੱਲ ਆਇਆ ਵਾ ਤੇ ਅੱਜ ਅਕਾਲ ਤਖਤ ਤੇ ਹਮਲਾ ਅਵਸ਼ ਹੋਣਾ ਹੀ ਹੋਣਾ ਆ। ਇਹ ਉਹਨਾਂ ਦੇ ਵਰਡ ਨੇ, ਸੁਰਿੰਦਰ ਸਿੰਘ ਇੰਸਪੈਕਟਰ ਦੇ, ਜਿਹੜੇ ਉਹ ਹੈਗੇ ਸੀ ਬਿੰਦਗਾਂ ਦੇ। ਇਹਨੇ 'ਚ ਇਹ ਗੱਲਾਂ ਸਾਡੀਆਂ ਹੋ ਹੀ ਰਹੀਆਂ ਸੀਗੀਆਂ ਤੇ ਅਕਾਲ ਤਖਤ ਤੋਂ ਇੱਕ ਸਿੰਘ ਆਇਆ, ਬੜੀ ਜਲਦੀ ਵਿੱਚ ਸੀ ਉਹ ਜੀ, ਬੜੀ ਕਾਹਲੀ ਵਿੱਚ ਸੀ। ਉਹ ਇਹਨਾਂ ਨੂੰ ਕਹਿਣ ਲੱਗ, ਉਹਨਾਂ ਫਤਿਹ ਬੁਲਾਈ ਭਾਜੀ ਉਹਨਾਂ ਨੂੰ, ਤੇ ਉਹ ਕਹਿਣ ਲੱਗੇ ਤਾਂ ਸੰਤਾਂ ਨੇ ਤੁਹਾਨੂੰ ਸੱਦਿਆ ਵੀ ਤੁਸੀਂ ਹੁਣੇ ਮੇਰੇ ਨਾਲ ਚੱਲੋ ਤੇ ਉੱਥੇ ਅਕਾਲ ਤਖਤ ਤੇ ਪਹੁੰਚਣਾ ਵਾ। ਉਹ ਮੈਨੂੰ ਉੱਠੇ, ਮੈਨੂੰ ਉਹਨਾਂ ਨੇ ਮੈਨੂੰ ਕਲਾਵੇ 'ਚ ਲੈ ਲਿਆ, ਮੈਨੂੰ ਜੱਫੀ ਪਾਈ। ਜੱਫੀ ਪਾ ਕੇ ਤੇ ਮੈਨੂੰ ਫਿਰ ਇੱਕ ਗੱਲ ਕਹੀ ਜਿਹੜੀ ਮੈਨੂੰ ਅਜੇ ਵੀ ਬਹੁਤ ਦੁੱਖ ਦਿੰਦੀ ਹੈਗੀ ਆ। ਉਹ ਮੈਨੂੰ ਕਹਿਣ ਲੱਗੇ, ਸੁਰਿੰਦਰ ਸਿੰਘ ਆ ਹੋ ਸਕਦਾ ਤੇਰੀ ਮੇਰੀ ਆਖਰੀ ਜੱਫੀ ਹੋਵੇ, ਗਾਂ ਆਪਾਂ ਮਿਲੀਏ ਕਿ ਨਾ ਮਿਲੀਏ, ਇਹ ਪਰਮਾਤਮਾ ਦੇ ਵਾਸਿਆ ਜੋ ਕੁਛ ਵੀ ਆ। ਤੇ ਉਹ ਇੰਨੀ ਗੱਲ ਕਹਿ ਕੇ ਕਰਕੇ ਤੇ ਤੁਰ ਲੱਗੇ ਤੇ ਆਪਣੇ ਭਤੀਜੇ ਨੂੰ ਕਹਿਣ ਲੱਗੇ ਵੀ ਇਹਨਾਂ ਨੂੰ ਤੁਸੀਂ ਚਾਹ ਪਾਣੀ ਪਿਆਓ। ਉਹ ਬੜੀ ਜਲਦੀ ਫਿਰ ਉੱਥੋਂ ਨਿਕਲ ਗਏ ਨੇ ਉਹ ਅਕਾਲ ਤਖਤ ਵੱਲ ਨੂੰ। ਤੇ 5 ਮਿੰਟਾਂ ਬਾਅਦ ਫਿਰ ਅਸੀਂ ਉਹ ਚਾਹ ਰੋਕ ਦਿੱਤੀ ਵੀ ਨਹੀਂ, ਅਸੀਂ ਨਹੀਂ ਚਾਹ ਪੀਣੀ। ਤੇ ਅਸੀਂ ਮੱਥਾ ਟੇਕ ਕੇ ਦਰਬਾਰ ਸਾਹਿਬ ਤੇ ਫਿਰ ਅਸੀਂ ਵੀ ਵਾਪਸ ਜਾਣਾ ਵਾ। ਅਸੀਂ ਜਦੋਂ ਆ ਪਰਿਕਰਮਾ 'ਚ ਆਏ ਹਾਂ ਨਾ ਜੀ, ਉੱਥੇ ਵੇਖਿਆ ਬੜਾ ਅਜੀਬ, ਬਿਲਕੁਲ ਕੋਈ ਬੰਦਾ ਨਹੀਂ ਸੀ ਬਾਹਰ ਤੁਰਿਆ ਫਿਰਦਾ, ਕੋਈ ਕੁਛ ਨਹੀਂ ਸੀ ਹੈਗਾ। ਤੇ ਜਿਹੜੇ ਕਮਰੇ ਸੀ ਬੂੰਗੇ, ਜਿਹਨਾਂ ਨੂੰ ਬੂੰਗੇ ਕਹਿ ਦਿੰਦੇ ਆ, ਉਹਨਾਂ ਕੁਛ ਬੁੜੀਆਂ ਬਾੜੀਆਂ ਬੰਦੇ ਬੈਠੇ ਕੋ ਮੇਰਾ ਦਰਸ਼ਨ ਕਰਨ ਆਏ। ਉਦੋਂ ਹੈਗਾ ਵੀ ਦਿਨ ਹੈਗਾ ਸੀ, ਸ਼ਹੀਦੀ ਗੁਰਪੁਰਬ ਸੀ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਤੇ ਅਸੀਂ ਫਿਰ ਤੁਰ ਕੇ ਜਾ ਕੇ ਤੇ ਫਿਰ ਇੱਕਦਮ ਮੇਰਾ ਜੀ ਕੀਤਾ ਅਕਾਲ ਤੱਕ ਜਾ ਕੇ ਵੇਖ ਕੇ ਆਈਏ ਕੀ ਹੈ, ਪਰ ਹੌਸਲਾ ਨਹੀਂ ਕੀਤਾ ਕਿਉਂਕਿ ਮੈਂ ਮੀਟ ਚੱਲਦੀ ਹੋਈ ਕੋਈ। ਅਸੀਂ ਉੱਥੋਂ ਫਿਰ ਆ ਕੇ ਡਾਕਟਰ ਜਿਹੜਾ ਮੇਰੇ ਨਾਲ ਸੀ ਨਾ, ਉਹ ਥੋੜ੍ਹਾ ਡਰਪੋਕ ਸੀ ਜੀ। ਉਹ ਕਹਿਣ ਲੱਗਾ ਆਪਾਂ ਛੇਤੀ ਮੱਥਾ ਟੇਕ ਕੇ ਘਰ ਨੂੰ ਵਾਪਸ ਚੱਲੀਏ। ਐਕਚੁਅਲੀ ਉਹ ਡਰ ਗਿਆ ਸੀਗਾ ਜੀ। ਅੱਛਾ, ਉਹ ਫਿਰ ਅਸੀਂ ਮਤਲਬ ਦਰਸ਼ਨ ਜੋੜੀ ਲੰਘ ਕੇ ਪਹਿਲਾਂ ਮੱਥਾ ਦਰਸ਼ਨ ਜੋੜੀ ਟੇਕਿਆ, ਪਰਿਕਰਮਾ ਉਹ ਲਈ, ਫਿਰ ਗਾਂਹ ਚਲੇ ਕੇ ਜਾ ਕੇ ਅਸੀਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਜਾ ਕੇ ਟੇਕਿਆ। ਉੱਥੇ ਕੀਰਤਨ ਹੋ ਰਿਹਾ ਸੀ, ਤਿੰਨ ਕੀਰਤਨੀਏ ਸੀ, ਇੱਕ ਪਾਠੀ ਸਿੰਘ ਬੈਠੇ ਸੀ ਮਹਾਰਾਜ ਦੀ ਤਾਬਿਆਂ ਤੇ ਇੱਕ ਦੀ ਜਾਂ ਤੱਕ ਇੱਕ ਦਾ ਹੋਰ ਹੁਣ ਮੈਨੂੰ ਯਾਦ ਨਹੀਂ ਗਾ। ਬਸ ਹੋਰ ਕੋਈ ਸੰਗਤ ਨਹੀਂ ਸੀ ਹੈਗੀ ਉੱਥੇ ਵੀ, ਬਸ ਉਹ ਬੰਦੇ ਜਿਹੜੇ ਡਿਊਟੀ ਕਰ ਰਹੇ ਸੀਗੇ। ਉੱਥੋਂ ਫਿਰ ਅਸੀਂ ਮੱਥਾ ਟੇਕ ਕੇ ਤੇ ਫਿਰ ਅਸੀਂ ਉਹ ਬਾਹਰ ਨੂੰ ਆ ਗਏ ਹਾਂ। ਆ ਕੇ ਮਹਾਰਾਜ ਦਾ ਅੰਮ੍ਰਿਤ ਲਿਆ, ਫਿਰ ਲੈ ਪਿਛਲੇ ਪਾਸੇ ਲੈ ਕੇ ਫਿਰ ਉੱਥੋਂ ਦੀ ਚੱਕਰ ਕੱਢਿਆ ਵਾ। ਉੱਥੇ 2 ਕਿ 3 ਸਿੰਘ ਸੀਗੇ ਜਿਨ੍ਹਾਂ ਨੇ ਇੱਕ ਲਾਲ ਜਿਹੇ ਰੰਗ ਦਾ ਡੱਬਾ ਫੜਿਆ ਸੀਗਾ ਤੇ ਉਹਨਾਂ ਨੇ ਘੋੜੀਆਂ ਵਾਂਦੀਆਂ ਜਿਹੜੀਆਂ ਸੀ ਨਾ ਉਹ ਲਾਈਆਂ ਹੋਈਆਂ ਸੀਗੀਆਂ। ਉਹ ਜਿਹੜੀਆਂ ਗੋਲੀਆਂ, ਜਿਹੜੀ 1 ਜੂਨ ਨੂੰ ਗੋਲੀਆਂ ਚੱਲੀਆਂ ਨੇ ਨਾ, ਉਹਨਾਂ ਦੇ ਇੰਨੇ ਲੰਮੇ ਛੇਕ ਸੀ ਉਹਦੇ ਵਿੱਚ ਜੀ। ਉਹ ਉਹਨਾਂ ਨੂੰ ਰਾਉਂਡ ਫਿਗਰ ਕਰਨ ਰਹੇ ਸੀਗੇ, ਕਾਫੀ ਗੋਲੀਆਂ ਸੀਗੀਆਂ। ਉਹ ਫਿਰ ਉੱਥੋਂ ਗਏ ਤੇ ਡਾਕਟਰ ਨੇ ਮੇਰੀ ਬਾਂਹ ਫੜ ਕੇ ਮੈਨੂੰ ਫੇਰ ਖਿੱਚ ਲਿਆ ਕਿ ਚਲੋ ਚੱਲੀਏ ਆਪਾਂ ਨੂੰ ਚੱਲੀਏ। ਇਹ ਮੈਂ ਉਹ ਸੀਨ ਜਿਹੜਾ ਮੈਂ ਆਪਣੀ ਅੱਖੀਂ ਵੇਖਿਆ, ਇੰਨੀਆਂ ਗੋਲੀਆਂ ਦਰਬਾਰ ਸਾਹਿਬ ਦੇ ਉਰਲੇ ਪਾਸੇ ਲੱਗੀਆਂ, ਮੈਂ ਖੁਦ ਵੇਖੀਆਂ। ਮੇਰੇ ਮਨ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਵੇਖ ਕੇ ਵੀ ਦੱਸੋ ਦਰਬਾਰ ਸਾਹਿਬ ਤੇ ਜਿੱਥੇ ਹਮੇਸ਼ਾ ਬਾਣੀ ਪੜ੍ਹੀ ਜਾਂਦੀ ਆ, ਰੱਬ ਦਾ ਨਾਮ ਦੇ ਲਿਆ ਸਾਡਾ, ਤੇ ਬਹੁਤ ਦੁੱਖ ਹੋਇਆ। ਅਸੀਂ ਫਿਰ ਉੱਥੋਂ ਆ ਕੇ ਨਾ ਤੇ ਫਿਰ ਪਰਿਕਰਮਾ ਜਿਹੜੀ ਹੈ ਜਿੱਥੇ ਕੋ ਅੱਜ ਕੱਲ੍ਹ ਲੱਗਦਾ ਹੈਗਾ ਵਾ ਸਵੇਰੇ ਜਿਹੜਾ ਵਾਕ ਲੈਂਦੇ ਨੇ, ਉਹਦੇ ਨਾਲ ਹੀ ਹੋ ਕੇ ਤੇ ਫਿਰ ਅਸੀਂ ਬ੍ਰਹਮ ਬੂਟੇ ਵਾਲੇ ਪਾਸੇ ਆ ਗਏ ਹਾਂ। ਕਿਉਂਕਿ ਅਸੀਂ ਜੁੱਤੀਆਂ ਪਾਉਣੀਆਂ ਉੱਥੇ ਸਲਾਹ ਗਿਆ ਸੁਰਿੰਦਰ ਸਿੰਘ ਦੇ ਕਮਰੇ ਦੇ ਵਿੱਚ ਹੀ ਜੀ। ਅੱਛਾ, ਉੱਥੇ ਫਿਰ ਉੱਥੇ ਸਾਨੂੰ ਇੱਕ ਬੰਦਾ ਹੋਠੀਆਂ ਦਾ ਹੈਗਾ ਸੀ, ਬਲਦੇਵ ਸਿੰਘ, ਉਹ ਮੇਰਾ ਵਾਕਫ ਸੀਗਾ ਹਾਂਜੀ। ਉਹ ਮੈਨੂੰ ਉੱਥੇ ਉਹਨੇ ਮੈਨੂੰ ਆਵਾਜ਼ ਮਾਰਦੀ ਵੇਖ ਕੇ, ਅਸੀਂ ਉਹਨੂੰ ਮਿਲੇ, ਉਹ ਸਾਨੂੰ ਅੰਦਰ ਲੈ ਗਿਆ। ਨਿੱਕੀ ਜਿਹੀ ਬਾਰੀ ਹੁੰਦੀ ਸੀ, ਹੁਣ ਤੇ ਸਭ ਸਾਰਾ ਪਤਲਾ ਕਰਤਾ ਵਾ। ਉਹ ਫਿਰ ਸਾਨੂੰ ਅੰਦਰ ਲੈ ਗਿਆ ਤੇ ਉਹ ਉੱਥੇ ਉਹਨਾਂ ਹਾਲ ਚਾਲ ਪੁੱਛਿਆ ਤੇ ਡਾਕਟਰ ਸਾਹਿਬ ਕਹਿੰਦੇ ਚੱਲੀ। ਉਹ ਕਹਿੰਦਾ ਮੈਂ ਰੋਟੀ ਖਾਣ ਤੋਂ ਬਗੈਰ ਤੁਹਾਨੂੰ ਜਾਣ ਨਹੀਂ ਦੇਣਾ। ਬੜਾ ਪਿਆਰ ਕੀਤਾ। ਤੇ ਉਹ ਫਿਰ ਅੱਜ ਤੱਕ ਮੈਨੂੰ ਯਾਦ ਆ ਵੀ ਛੋਲਿਆਂ ਦੀ ਦਾਲ
ਤੇ ਵਿੱਚ ਧਨੀਆ ਪਾਇਆ ਹੋਇਆ ਸੀਗਾ। ਮੈਂ ਇਹਨੂੰ ਬਲਦੇਵ ਨੂੰ ਪੁੱਛਿਆ, ਮੈਂ ਕਿਹਾ ਤੁਹਾਨੂੰ ਧਨੀਆ ਕਿੱਥੋਂ ਮਿਲ ਗਿਆ ਅੱਜ ਕੱਲ੍ਹ? ਉਹ ਕਹਿੰਦੇ ਧਨੀਆ ਆਮ ਮਿਲ ਜਾਂਦਾ ਹੈ, ਕਿਹੜੀ ਗੱਲ ਹੈ, ਕੋਈ ਗੱਲ ਨਹੀਂ, ਇੱਥੇ ਗੁਰੂ ਘਰ 'ਚ ਕੋਈ ਕਮੀ ਥੋੜ੍ਹੀ ਹੈਗੀ ਆ। ਤੇ ਚਲੋ ਜੀ ਪ੍ਰਸ਼ਾਦਾ ਛਕਿਆ, ਪ੍ਰਸ਼ਾਦ ਛਕ ਕੇ ਤੇ ਫਿਰ ਉਹਨਾਂ ਕੋਲ ਮਤਲਬ ਹੈ ਵੀ ਡਾਕਟਰ ਬਹੁਤ ਕਾਹਲਾ ਸੀਗਾ, ਤੇ ਉਹਨਾਂ ਦੇ ਕੋਲੋਂ ਫਿਰ ਅਸੀਂ ਆਗਿਆ ਲਈ, ਲੈ ਕੇ ਤੇ ਫਿਰ ਅਸੀਂ ਆਣ ਕੇ ਸਿੰਦਰ ਸਿੰਘ ਦੇ ਕਮਰੇ 'ਚ ਬੈਠੇ ਥੋੜ੍ਹਾ ਚਿਰ, ਉੱਥੇ ਬਹਿ ਕੇ ਜੁੱਤੀਆਂ ਪਾਈਆਂ ਤੇ ਅਸੀਂ ਆ ਗਏ ਹਾਂ ਅਟਲ ਸਾਹਿਬ ਨੂੰ ਜੀ, ਵੀ ਚਲੋ ਹੁਣ ਵਾਪਸ ਚੱਲੀਏ, ਉੱਥੇ 40 ਮਿੰਟ ਤੋਂ ਅਸੀਂ ਫੜਾਂਗੇ ਬੱਸ। ਹਾਂਜੀ। ਉੱਥੋਂ ਅਸੀਂ ਜੁੱਤੀਆਂ ਪਾ ਕੇ ਜੋ ਬਾਹਰ ਨਿਕਲਣ ਲੱਗੇ ਆ ਨਾ, ਕੱਲ੍ਹ ਅਟਲ ਸਾਹਿਬ ਦੇ ਲਾਗੇ ਆਏ ਆ, ਤੇ ਉੱਥੇ ਸਾਨੂੰ ਫੌਜ ਨੇ ਘੇਰ ਲਿਆ ਜੀ, ਦੋਵਾਂ ਨੂੰ। ਕਹਿੰਦੇ ਵਾਪਸ ਜਾਓ। ਅਸੀਂ ਕਿਹਾ ਵਾਪਸ ਨਹੀਂ ਜਾਣਾ, ਅਸੀਂ ਦਵਾਈ ਲੈਣ ਆਏ ਸਾਂ ਤੇ ਅਸੀਂ ਹੁਣ ਵਾਪਸ ਘਰ ਨੂੰ ਜਾਣਾ, ਮੱਥਾ ਟੇਕ ਕੇ ਅਸੀਂ ਮੱਥਾ ਟੇਕ ਲਿਆ, ਅਸੀਂ ਹੁਣ ਵਾਪਸ ਜਾਣਾ, ਵਾਪਸ ਉਹ ਘਰ ਜਾਣਾ, ਇੱਥੇ ਵਗਣ ਨਹੀਂ ਜਾਣਾ ਵਾਪਸ ਅਸੀਂ। ਅਜੇ ਇੰਨੀ ਗੱਲਬਾਤ ਸਿਰਫ ਫੌਜ ਨਾਲ ਹੋਈ। ਫੌਜ ਦਾ ਜਿਹੜਾ ਵਰਤੀਰਾ ਸੀ ਨਾ ਸਿਪਾਹੀਆਂ ਦਾ, ਬਹੁਤ ਗੰਦਾ ਸੀਗਾ, ਕੋਈ ਇੰਨਾ ਚੰਗਾ ਨਹੀਂ ਸੀ ਹੈਗਾ। ਉਹ ਸਾਡੀ ਇਹ ਗੱਲਾਂ ਸੁਣ ਕੇ, ਤੇ ਕੈਪਟਨ ਸੀਗਾ, ਉਹ ਮੈਨੂੰ ਤਾਂ ਸਰਦਾਰ ਹੀ ਲੱਗਦਾ ਪਰ ਹੈ ਉਹ ਮੋਨਾ ਸੀ ਵੈਸੇ, ਤੇ ਸਰਦਾਰ ਲੱਗਦਾ ਕਿ ਉਹ ਜਿਹੜੀ ਪਲੇਟ ਨੰਬਰ ਲੱਗੀ ਸੀ ਨਾ, ਉਹ 'ਤੇ ਉਹਦਾ ਨਾਂ ਜਿਹੜਾ ਸੀ ਨਾ ਉਹ ਸਿੰਘ ਕਰਕੇ ਲਿਖਿਆ ਸੀਗਾ, ਪਰ ਪੰਜਾਬੀ 'ਚ ਨਾ ਕੀ ਗੱਲ ਕੀ ਆ। ਅਸੀਂ ਆਖਿਆ ਜੀ ਇੱਦਾਂ ਇਹ ਡਾਕਟਰ ਸਾਹਿਬ ਨੇ, ਤੇ ਅਸੀਂ ਅੱਜ ਦਵਾਈ ਲੈਣ ਆਏ ਸਾਂ ਮੈਂਟਲ ਹਸਪਤਾਲ, ਦਵਾਈ ਲੈ ਕੇ ਤੇ ਅਸੀਂ ਇੱਥੇ ਆ ਕੇ ਮੱਥਾ ਟੇਕ ਕੇ ਹੁਣ ਘਰ ਨੂੰ ਵਾਪਸ ਨੂੰ ਜਾਣਾ। ਤੇ ਉਹ ਕੈਪਟਨ ਸਾਨੂੰ ਕਹਿਣ ਲੱਗਾ ਵੀ ਕੀ ਪੂਰਾ ਹੋਵੇ, ਤੁਸੀਂ ਦਵਾਈ ਲੈਣ ਆਏ ਜੇ। ਉਹ ਫਿਰ ਸਾਡੇ ਕੋਲ ਦਵਾਈਆਂ ਵੀ ਹੈਗੀਆਂ ਸੀਗੀਆਂ ਜੀ, ਤੇ ਉਹਨਾਂ ਦੀਆਂ ਰਸੀਦਾਂ ਵੀ ਕਟਾਈਆਂ ਸੀਗੀਆਂ, ਤੇ ਉਹ ਅਸੀਂ ਉਹਨਾਂ ਨੂੰ ਦਿਖਾਈਆਂ। ਚਲੋ ਕੈਪਟਨ ਚੰਗਾ ਸੀ, ਸਾਨੂੰ ਨੇ ਕਹਿ ਤਾ ਵੀ ਤੁਸੀਂ ਬਿਲਕੁਲ ਠੀਕ ਹੈ, ਤੁਸੀਂ ਛੇਤੀ ਨਿਕਲ ਜਾਓ। ਤੇ ਜੇ ਸਾਨੂੰ ਘਰ ਨੂੰ ਨਾ ਆਉਣ ਦਿੰਦੇ, ਕੀ ਪਤਾ ਸਾਡਾ ਵੀ ਉੱਥੇ ਕੀ ਹੋਣਾ ਸੀ, ਫਿਰ ਤੇ ਸਾਰੀ ਸ਼ਹੀਦੀਆਂ ਹੀ ਪਾਉਣੀਆਂ ਸੀਗੀਆਂ। ਚਲੋ ਅਸੀਂ ਆ ਗਏ, ਜਦੋਂ ਗਾਂਹ ਹੀ ਆਏ ਆ ਨਾ, ਤੇ ਬਾਜ਼ਾਰ ਦੇ 'ਚ ਆ ਗਏ ਆ। ਬਾਜ਼ਾਰ ਦੇ ਛਬੀਲਾਂ ਜਿਹੜੀਆਂ ਲਾਈਆਂ ਸੀ ਨਾ, ਤੇ ਉਹਨਾਂ ਨੂੰ ਫੌਜ ਵਾਲੇ ਬੰਦ ਕਰਾ ਕੇ ਤੇ ਸਾਰਿਆਂ ਨੂੰ ਦੁਕਾਨਾਂ ਬੰਦ ਕਰਨ ਵਾਸਤੇ ਕਹਿ ਰਹੇ ਸੀਗੇ। ਅਸੀਂ ਇਹ ਚੀਜ਼ ਵੇਖ ਕੇ ਤੇ ਮੁੜ ਕੇ ਅਸੀਂ ਆ ਗਏ ਹਾਂ ਸ਼ਹੀਦਾਂ ਦੇ। ਜੀ, ਸ਼ਹੀਦਾਂ ਤੋਂ ਅਸੀਂ ਉਹ ਕ੍ਰਾਸ ਕਰਕੇ 40 ਮਿੰਟ ਤੋਂ ਨਾ ਉਹ ਅਜੇ ਜਾ ਕੇ ਰੁਕੇ ਹੀ ਸਾਂ। ਉਹਨੇ ਚਿਰ ਨੂੰ ਇੱਕ ਨਾ ਅਜੇ ਤੱਕ ਮੈਨੂੰ ਯਾਦ ਆ, ਪੈਪਸੂ ਦੀ ਬੱਸ ਆਈ ਉੱਥੇ ਪਟਿਆਲੇ ਦੀ, ਤੇ ਉਹ ਅਸੀਂ ਹੱਥ ਦਿੱਤਾ ਉਹਨੂੰ, ਸਾਨੂੰ ਚੜ੍ਹਾ ਲਿਆ। ਤੇ ਸਾਡੇ ਨਾਲ ਇੱਕ ਮੁੰਡਾ ਹੋਰ ਚੜ੍ਹਿਆ ਫਤਿਆਬਾਦ ਦਾ ਜੀ। ਉਦੋਂ ਤਰਨਤਾਰਨ ਬੱਸਾਂ ਬੋੜੀਆ ਚੌਂਕ ਤੋਂ ਇੱਧਰ ਦੀ ਆਉਂਦੀਆਂ ਹੁੰਦੀਆਂ ਸੀਗੀਆਂ। ਤਰਨਤਾਰਨ ਤੋਂ ਇੱਥੇ ਆਣ ਕੇ ਉਹ ਮੁੰਡਾ ਉਤਰ ਗਿਆ ਬੋੜੀਆ ਚੌਂਕ 'ਤੇ। ਮੈਨੂੰ ਆਖਿਆ ਚੱਲ ਪਿੰਡ ਚੱਲ, ਉੱਥੇ ਤੂੰ ਕਰਨਾ ਹੈਗਾ। ਉਹ ਨਹੀਂ ਰੁਕਿਆ, ਅੱਜ ਤੱਕ ਉਹ ਲੱਭਾ ਨਹੀਂ ਗਾ। ਅੱਛਾ। ਹਾਂਜੀ, ਉਹ ਮੁੰਡਾ ਮੁੜ ਕੇ ਨਹੀਂ ਘਰ ਆਇਆ ਨਾ, ਅੱਜ ਤੱਕ ਉਹ ਮਿਲਿਆ ਨਹੀਂ। ਤਰਨਤਾਰਨ ਸਾਡੇ ਨਾਲ ਆਇਆ ਵਾ ਉਸੇ ਬੱਸੇ 'ਚ ਹੀ। ਅਸੀਂ ਨੌਜਵਾਨ ਦਾ ਨਾਮ ਦੱਸੋ। ਉਹ ਨਾਂ ਦਾ ਨਾਂ ਪਤਾ ਨਹੀਂ, ਉਹ ਕਈ ਉਹ ਰੋੜਿਆਂ ਦਾ ਮੁੰਡਾ ਕਿਹੜਾ ਹੈਗਾ ਜਿਹੜੀ ਉਹਦੀ ਡੈਥ ਹੋ ਗਈ ਆ। ਪਰਿਵਾਰ, ਥੋੜਾ ਜਿਹਾ ਪਰਿਵਾਰ ਦਾ ਦੱਸ ਦਿਓ। ਉਹਦਾ ਪਰਿਵਾਰ ਦਾ ਆ ਜੀ, ਉਹਨਾਂ ਦਾ ਜਿਹੜਾ ਬਾਬਾ ਸੀ ਨਾ, ਉਹ ਬਹੁਤ ਗੁਰਮੁਖ ਆਦਮੀ ਹੈਗਾ ਸੀਗਾ। ਉਹ ਸਿਰ 'ਤੇ ਟੋਪੀ ਸਬਜ਼ੀ ਰੱਖ ਕੇ ਪਿੰਡਾਂ ਦੇ ਵਿੱਚ ਜਾਂਦਾ ਹੁੰਦਾ ਸੀਗਾ। ਮਿਹਨਤੀ ਬੰਦੇ ਸੀਗੇ। ਤੇ ਉਹਦਾ ਕੋਈ ਦੋ ਭਰਾ ਨੇ, ਇੱਕ ਦੁਕਾਨ ਕਰਦਾ ਕਰਿਆਨੇ ਦੀ, ਇੱਕ ਨੂੰ ਉਹਦੇ ਨਾਂ 'ਤੇ ਨੌਕਰੀ ਮਿਲ ਗਈ ਆ, ਉਹ ਨੌਕਰੀ ਕਰਦਾ ਵਾ, ਤੇ ਹੈ ਬੜਾ ਵਧੀਆ ਪਰਿਵਾਰ ਉਹ। ਅੱਛਾ, ਉਸ ਤੋਂ ਬਾਅਦ ਅਸੀਂ ਫਿਰ ਆ ਗਏ ਹਾਂ ਚੌਂਕ ਖੰਭਿਆਂ ਦੇ। ਉੱਥੋਂ ਸਾਨੂੰ ਬੱਸ ਮਿਲ ਗਈ ਗੋਂਦਵਾਲ ਦੀ ਜੀ। ਅਸੀਂ ਉਹ ਬੱਸ 'ਚ ਬਹਿ ਗਏ ਹਾਂ, ਬੱਸ ਬਹਿ ਕੇ ਘਰ ਆ ਗਏ ਹਾਂ। ਅੰਮ੍ਰਿਤਸਰ ਚਾਟੀ ਪਿੰਡ ਤੋਂ ਲੈ ਕੇ ਫਤਿਆਬਾਦ ਤੱਕ ਰਾਹ ਦੇ ਵਿੱਚ ਅਸੀਂ ਕਿਤੇ ਵੀ ਫੌਜ, CRP, BSF ਜਾਂ ਪੰਜਾਬ ਕੋਈ ਨਹੀਂ ਵੇਖੀ। ਜਦੋਂ ਰਾਤ ਪਈ ਨਾ, ਯਾਦ ਹੈ ਤਾਂ ਮੇਰਾ ਟਾਈਮ ਹੋਣਾ ਵਾ, ਅਸੀਂ ਉੱਥੇ ਕੋਠੇ ਸੁੱਤੇ ਹਾਂ, ਤੇ ਗਰਮੀਆਂ ਬੜੀਆਂ ਸੀਗੀਆਂ ਜੀ। ਤੇ ਉਹਨਾਂ 'ਚ 11 ਵਜੇ ਨਾ ਗੁਰਦੁਆਰਾ ਸਾਡੇ ਲਾਗੇ ਸਾਹਮਣੇ ਹੈਗਾ ਵਾ, ਉੱਥੇ ਬੂਹਾ ਖੜਕਣ ਡਿਆ, ਉੱਥੇ ਫੌਜ ਖਲੋਤੀ ਆ। ਅੱਛਾ ਜੀ। ਉਹ ਫੌਜ ਆਵਾਜ਼ਾਂ ਮਾਰਨ ਡਈ। ਅੰਦਰ ਸ਼ਾਸਤਰੀ ਸਾਹਿਬ ਹੁੰਦੇ ਸੀ, ਉਹਨਾਂ ਦੀ ਡੈਥ ਹੋ ਗਈ ਆ। ਉਹ ਬਜ਼ੁਰਗ ਸੀਗੇ। ਉਹ ਜਿਹੜੇ ਗ੍ਰੰਥੀ ਸਿੰਘ ਸੀ, ਉਹ ਉਹਨਾਂ ਨੂੰ ਅੰਦਰ ਛੱਡ ਕੇ ਤੇ ਬਾਹਰੋਂ ਜੰਦਰਾ ਲਾ ਕੇ ਤੇ ਘਰ ਨੂੰ ਚਲ ਜਾਂਦੇ ਸੀਗੇ, ਕਿਉਂ ਉਹ ਫੈਮਿਲੀ ਮੈਨ ਸੀਗੇ। ਉਹਨਾਂ ਨੇ ਆਖਿਆ ਤੁਸੀਂ ਬੂਹਾ ਖੋਲ੍ਹੋ, ਅਸੀਂ ਅਨਾਊਂਸਮੈਂਟ ਕਰਨੀ ਹੈ, ਅਸੀਂ ਸੁਣ ਰਹੇ ਹਾਂ। ਤੇ ਉਹ ਕਹਿੰਦਾ ਮੈਂ ਚਾਬੀ ਤੇ ਮੇਰੇ ਕੋਲ ਹੈ ਨਹੀਂ, ਜਿਹੜੀ ਮੈਂ ਤੁਹਾਨੂੰ ਕਹਿੰਦਾ ਜਿੰਦਰਾ ਬਾਹਰੋਂ ਵੱਜਾ ਵਾ, ਤੇ ਉਹਦੇ ਬਾਬਾ ਕੋਕੀ ਖੋਲੂ ਆਣ ਕੇ ਜੀ। ਉਹ ਫਿਰ ਉਹਨੂੰ ਇੱਥੋਂ ਬੰਦਾ ਫੜਿਆ ਉਹਨਾਂ ਨੇ, ਤੇ ਉਹਨੂੰ ਨਾਲ ਲੈ ਕੇ ਤੇ ਉਹਦਾ ਬਾਬੇ ਨੂੰ ਉਠਾ ਕੇ ਲਿਆਂਦਾ ਵਾ। ਤੇ ਫਿਰ ਇਹਨਾਂ ਨੇ ਉਹ ਅਨਾਊਂਸਮੈਂਟ ਕਰਾਈ ਗੁਰਦੁਆਰਿਓਂ, ਭਾਈ ਕਰਫਿਊ ਲੱਗ ਗਿਆ ਪੰਜਾਬ ਦੇ ਵਿੱਚ, ਕੋਈ ਬਾਹਰ ਨਾ ਨਿਕਲੇ, ਜੇ ਕੋਈ ਬਾਹਰ ਨਿਕਲਿਆ ਤਾਂ ਗੋਲੀ ਮਾਰਤੀ ਜਾਊਗੀ। ਉਹ ਅਸੀਂ ਬੜੇ ਹੈਰਾਨ ਇਸ ਚੀਜ਼ 'ਤੇ। ਸਾਡਾ ਮੇਰਾ ਹੀ ਮੁਰਗੀ ਖਾਦਾ ਸੀਗਾ,
ਉਹ ਵੀ ਕਈ ਬਹੁਤ ਤੰਗ ਹੋ ਗਏ ਸਾਰੇ ਹੀ। ਤੇ ਦਿਨ ਚੜ੍ਹਦੇ ਜਦੋਂ ਦਿਨ ਚੜ੍ਹਿਆ ਨਾ, ਵੇਖਿਆ ਸਭ ਪਾਸੇ ਫੌਜ ਹੀ ਸੀ ਗਸ਼ਤ ਕਰਨ ਡਈ ਸੀ ਪਿੰਡਾਂ 'ਚ। ਆ ਸਾਡੇ ਬੂਹੇ ਦੇ ਅੱਗੇ ਵੀ ਗਸ਼ਤ ਚੱਲਣ ਡਈ ਸੀ 4 ਜੂਨ ਦੀ ਸਵੇਰ, 4 ਦਿਨ ਸਵੇਰ ਨੂੰ। 3 ਦੀ ਰਾਤ ਨੂੰ ਮਤਲਬ ਆ ਵੀ ਹੋਇਆ ਸਾਰਾ ਕੁਛ। ਤੇ ਸਵੇਰ ਜਦੋਂ 4 ਨੂੰ ਚੜ੍ਹੀ ਆ ਨਾ, ਤੇ ਫਿਰ ਉਦੋਂ ਫਿਰ ਫੌਜ ਹੀ ਫੌਜ ਸੀਗੀ। ਤੇ ਹਾਂ 3 ਤਰੀਕ ਦੀ ਰਾਤ ਨੂੰ ਇੱਕ ਚੀਜ਼ ਜ਼ਰੂਰ ਹੋਈ, ਮੈਂ ਸੁਣੀ, ਕੋਠੇ ਸੁੱਤੇ ਸਾਂ, ਬੰਬਾਂ ਦੀ ਆਵਾਜ਼ ਜ਼ਰੂਰ ਆਈ ਤਰਨਤਾਰਨ ਵਾਲੇ ਪਾਸੋਂ। ਕਾਫੀ ਉੱਥੇ ਮੇਰਾ ਖਿਆਲ ਤਰਨਤਾਰਨ ਗੋਲੇ ਚੱਲੇ ਆ, ਇੱਦਾਂ ਲੱਗਦਾ ਸੀਗਾ। ਅੱਛਾ ਜੀ। 4 ਤਰੀਕ ਨੂੰ ਫਿਰ 440 ਫਿਰ ਰਹੀ ਆ ਹੈਂ। ਤੇ ਫਿਰ ਅਸੀਂ ਵੀ ਅੰਦਰ, ਸਾਡੀਆਂ ਮੁਰਗੀਆਂ ਵੀ ਮਰ ਗਈਆਂ, ਖੁਰਾਕ ਜਿੰਨੀ ਕੁ ਹੈਗੀ ਉਹ ਪਾਈ, ਮਤਲਬ ਸਾਨੂੰ ਕਿਸੇ ਨੇ ਬਾਹਰ ਨਿਕਲਣ ਦਿੱਤਾ ਹੀ ਨਹੀਂ ਗਾ। ਉਹ ਜਿਹੜਾ ਅਜੇ ਤੱਕ ਮੈਨੂੰ ਦੁੱਖ ਇੰਨਾ ਵਾ ਸੁਰਿੰਦਰ ਸਿੰਘ ਦਾ, ਉਹਦਾ ਵਿਚਾਰਾ ਉਹ ਮੁੜ ਕੇ ਸਾਨੂੰ ਕਿੱਥੇ ਮਿਲਣਾ ਸੀਗਾ, ਉਹ ਵੀ ਇੱਦਾਂ ਹੋ ਗਿਆ। ਉਹਨਾਂ ਦੇ ਭਤੀਜੇ ਵੀ ਸ਼ਹੀਦ ਹੋਏ, ਉਹ ਵੀ ਸ਼ਹੀਦ ਹੋ ਗਏ, ਉਹ ਵੀ ਭਾਈ ਬਲਵਿੰਦਰ ਸਿੰਘ ਸਭ, ਉਹ ਬਲਵਿੰਦਰ ਸਿੰਘ, ਹਾਂ ਬਲਵਿੰਦਰ ਸਿੰਘ ਨਾਂ ਸੀ ਉਹਨਾਂ ਦਾ, ਉਹ ਵੀ ਸ਼ਹੀਦ ਹੋ ਗਏ। ਉਹ ਵੀ ਸ਼ਹੀਦ, ਉਹ ਗੋਰਾ ਰੰਗ ਸੀ ਉਹਨਾਂ ਦਾ ਵੀ ਹੈ। ਤੇ ਬੜੇ ਚੰਗੇ, ਬਹੁਤ ਹੀ ਵਧੀਆ ਸੀ। ਤੇ ਮੇਰਾ ਜੀ ਕਰਦਾ ਤਾਂ ਹੈਗਾ ਸੀ ਨਾ ਭਾਈ ਅਮਰੀਕ ਸਿੰਘ ਨੂੰ ਵੀ ਮਿਲਾਂ, ਪਰ ਹੌਸਲਾ ਨਹੀਂ ਪਿਆ ਕਿਉਂਕਿ ਉਹਨਾਂ ਦੀ ਮੀਟਿੰਗ ਚੱਲਣ ਡਈ ਸੀ। ਉੱਥੇ ਕਾਸਲ ਲੈ ਕੇ ਫਟਾਫਟ, ਹਾਂ ਕਾਸਲ ਸਾਹਮਣੇ ਮੈਨੂੰ ਕੋਈ ਹਥਿਆਰਬੰਦ ਬੰਦਾ ਨਹੀਂ ਦੱਸਿਆ ਨਾ। ਮੈਂ ਕੋਈ ਹਥਿਆਰਬੰਦ ਬੰਦਾ ਮੈਂ ਕੋਈ ਪ੍ਰਕਰਮਾਂ ਦੇ ਵਿੱਚ ਹੀ ਚੱਲਦਾ ਫਿਰਦਾ ਵੇਖਿਆ ਵਾ। ਸਭ ਐ ਸੁਨਸਾਨ ਹੀ ਸੀ ਐ ਮੈਂ ਦੇਖਿਆ ਜੀ ਉਸ ਦਿਨ। ਤੇ ਉਹਦਾ ਅਜੇ ਤੱਕ ਵੀ ਮੈਨੂੰ ਜਿਹੜੀ ਗੱਲ ਭਾਈ ਸੁਰਿੰਦਰ ਸਿੰਘ ਵੜਿੰਗ ਹੁਣਾਂ ਨੇ ਤੁਹਾਨੂੰ ਕਹੀ, ਹਾਂ ਜਿਹੜੇ ਉੱਥੇ ਜੂਝਣ ਲਈ ਤਿਆਰ ਬੈਠੇ ਸਨ, ਹਾਂ ਉਹ ਕਹਿੰਦੇ ਕਿ ਤੁਸੀਂ ਦੱਸਿਆ ਕਿ ਲੂੰਬੜ ਆਪਣੀ ਚਾਲ ਚੱਲ ਆਇਆ, ਹੁਣ ਅਕਾਲ ਤਖਤ ਤੇ ਹਮਲਾ ਅਵਸ਼ ਹੋਏਗਾ। ਇਹ ਇਸ਼ਾਰਾ ਸਿਆਸਤ ਵੱਲ ਕਿਹੜਾ ਲੂੰਬੜ ਸੀ ਉਹ ਪਰਮਾਤਮਾ ਜਾਣੇ ਤੇ ਜਾਂ ਸ਼ਹੀਦ ਜਾਣਨ। ਬਸ ਇਹ ਗੱਲ ਜਿਹੜੀ ਹੈ ਨਾ, ਹਾਂ ਜੇ ਰੁਕ ਜਾਂਦੇ ਉਹ ਸਿੰਘ ਨਾ ਆਉਂਦਾ ਫਿਰ ਸਾਡੀਆਂ ਗੱਲਾਂ ਚੱਲਣੀਆਂ ਸੀ ਹੋਰ। ਬਸ ਇਹ ਸਾਡੀ ਉਹਦੀ ਸੁਰਿੰਦਰ ਸਿੰਘ ਦੇ ਨਾਲ ਸਾਡੀ ਆਖਰੀ ਮੁਲਾਕਾਤ ਸੀਗੀ ਜਿਹੜੀ ਅੱਜ ਤੱਕ। ਭਾਈ ਸਾਹਿਬ ਇਹ ਗੱਲ ਬੜੀ ਗੰਭੀਰ ਆ ਕਿ ਜੂਝਣ ਵਾਲੇ ਸਿੰਘ ਜਿਹੜੇ ਸਿਆਸਤ ਪ੍ਰਤੀ ਵੀ ਪੂਰੀ ਤਰ੍ਹਾਂ ਜਾਣਕਾਰ ਸਨ। ਉਹ ਜਾਣਦੇ ਸਨ ਕਿ ਇੱਥੇ ਹਮਲਾ ਵੀ ਹੋ ਜਾਣਾ, ਬਿਲਕੁਲ ਉਹ ਜਾਣਦੇ ਸਨ ਕਿ ਅਸੀਂ ਸ਼ਹੀਦ ਵੀ ਹੋ ਜਾਣਾ, ਬਿਲਕੁਲ। ਜਿਹੜਾ ਇਹ ਕੰਮ ਜੋ ਮੈਂ ਵੇਖਿਆ ਨਾ, ਇਹ ਬੜਾ ਫੁਰਤੀ ਨਾਲ ਕੰਮ ਹੋ ਰਿਹਾ ਸੀਗਾ। ਉਹਨਾਂ ਨੂੰ ਸਭ ਮਿੰਟ ਦੀ ਖਬਰ ਸੀ ਉਹਨਾਂ ਨੂੰ। ਉਹਨਾਂ ਨੇ ਜਦੋਂ ਇਹ ਵੀ ਪੁੱਛਿਆ ਵੀ ਘੇਰਾ ਪੈ ਗਿਆ, ਤੁਸੀਂ ਆ ਕਿੱਦਾਂ ਗਏ ਜੇ, ਇੱਥੋਂ ਤੇ ਸਾਰੀ ਗੱਲ ਚੱਲ ਪਈ। ਫਿਰ ਮੈਂ ਕਿਹਾ ਆਹ ਗੱਲ ਏਦਾਂ ਹੋਈ ਆ, ਕਾਰ ਤੇ ਆਈ, ਚਿੱਟੇ ਰੰਗ ਦੀ ਕਾਰ ਆ, ਉੱਤੇ ਲਾਲ ਬੱਤੀ ਲੱਗੀ ਆ, ਕਾਲੇ ਸ਼ੀਸ਼ੇ ਆ, ਉਹ ਸਾਰੀ ਫੌਜ ਉਧਰ ਵੇਖਣ ਲੱਗ ਪਈ, ਸਾਡਾ ਰਕਸ਼ਾ ਉੱਥੇ ਆ ਗਿਆ। ਇੱਦਾਂ ਕਰਕੇ ਸਾਡੀ ਪਰਮਾਤਮਾ ਨੇ ਮੁਲਾਕਾਤ ਕਰਾਤੀ, ਭਾਵੇਂ ਉਹ ਆਖਰੀ ਸੀਗੀ ਹੈ। ਇੱਦਾਂ ਇਹ ਚੀਜ਼ ਹੋਈ ਹੈ। ਤੁਸੀਂ ਦੱਸਿਆ ਕਿ ਤੁਸੀਂ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ। ਮਿਲਣਾ ਚਾਹੁੰਦਾ ਸਾਂ। ਕੀ ਪਹਿਲਾਂ ਤੋਂ ਵਾਕਫੀ ਸੀ ਕੋਈ? ਹਾਂ। ਉਹ ਕਿਵੇਂ? ਉਹ ਇੱਦਾਂ ਸੀ ਵੀ ਸਾਡੇ ਤੇ ਮੁੰਡਾ ਹੈਗਾ ਸੀ ਜੋਗਿੰਦਰ ਸਿੰਘ, ਉਹ ਫੈਡਰੇਸ਼ਨ ਦਾ ਮੈਂਬਰ ਹੁੰਦਾ ਸੀਗਾ। ਮੈਂ ਇੱਕ ਦੋ ਉਹਨਾਂ ਨਾਲ ਗਿਆ ਸਾਂ ਤੇ ਉਹ ਉਹਨਾਂ ਦੀਆਂ ਮੈਂ ਗੱਲਾਂ ਸੁਣ ਕੇ ਤੇ ਮੈਂ ਬੜਾ ਪ੍ਰਭਾਵਿਤ ਸਾਂ। ਤੇ ਮੈਂ ਜਦੋਂ ਵੀ ਕਿਤੇ ਜਾਂਦਾ, ਮੈਂ ਕਿਉਂ ਮੇਰੀ ਘੜੀ ਦੁਕਾਨ ਸੀ, ਮੈਂ ਹਰ ਸ਼ਿਸ਼ਵਾ ਤੇ ਪੁਰਜੇ ਲੈਣ ਜਾਂਦਾ ਹੀ ਸਾਂ। ਤੇ ਮੈਂ ਮਿਲ ਕੇ ਉਹਨਾਂ ਨਾਲ, ਉਹ ਪੌੜੀਆਂ, ਲੰਗਰ ਦੀਆਂ ਪੌੜੀਆਂ ਥੱਲੇ ਨਿੱਕਾ ਜਿਹਾ ਕਮਰਾ ਸੀਗਾ, ਉੱਥੇ ਉਹਨਾਂ ਦੇ ਸਰ ਦਫ਼ਤਰ ਹੁੰਦਾ ਸੀਗਾ ਜੀ। ਹਾਂ, ਤੇ ਬਹੁਤ ਹੀ ਵਧੀਆ ਬੰਦੇ ਸੀ ਉਹ। ਜਿਹੜਾ ਭਾਈ ਬਲਦੇਵ ਸਿੰਘ ਹੋਠੀਆਂ ਬਾਰੇ ਦੱਸਿਆ, ਉਹਨਾਂ ਦਾ ਫਿਰ ਕੀ ਬਣਿਆ? ਉਹਨਾਂ ਦਾ ਉਹ ਪੁਲਿਸ ਨੇ ਕੁੱਤਾ ਮਾਰ ਮੂਰ ਦਿੱਤਾ, ਉਹਨੂੰ ਲੱਭਾ ਨਹੀਂ ਉਹ ਵੀ, ਪਰ ਉਹ ਆ ਗਿਆ। ਵੈਸੇ ਇਹਨਾਂ ਪਤਾ ਲੱਗਾ ਕਿ ਜਦੋਂ ਇਹ ਅਟੈਕ ਹੋਇਆ ਨਾ, ਮਾਰਿਆ ਬਾਅਦ ਚ ਉਹਨੂੰ, ਉਹ ਇੱਕ ਨਾ ਉੱਥੋਂ ਨਿਕਲ ਆਏ ਨੇ। ਉਹ ਮਿਲੇ ਵੀ ਬਾਅਦ ਵਿੱਚ ਸਾਨੂੰ ਬਾਹਰ ਆਣ ਕੇ, ਅਸੀਂ ਇੱਦਾਂ ਦਾ ਉਹਨਾਂ ਨੇ ਇਹ ਦੱਸਿਆ ਵਾ ਵੀ ਨਿਕਲਣ ਦੀ ਕਹਾਣੀ ਵੀ ਉਹਨਾਂ ਨੂੰ ਦੱਸੀ ਮੈਨੂੰ। ਕਹਿਣ ਲੱਗੇ ਵੀ ਅਸੀਂ 5 ਤਰੀਕ ਨੂੰ ਆ ਗਏ ਸੀ ਸਰਾਂ ਦੇ ਵਿੱਚ ਜੀ, ਜਿਹਦੇ ਅੰਦਰ ਨਹਾਉਣ ਵਾਲੀ ਜਗ੍ਹਾ ਬਣੀ ਹੋਈ ਆ, ਟੂਟੀਆਂ ਲੱਗੀਆਂ ਹੋਈਆਂ ਨੇ, ਗੋਲ ਹਾਂ। ਉਹਦੇ ਪਿੱਛੋਂ ਦੀ ਜਾ ਕੇ ਅਸੀਂ ਟੈਂਕੀ ਦੀ ਜਿਹੜੀ ਕੰਧ ਟੱਪ ਕੇ ਨਾ, ਤੇ ਮੁੜ ਕੇ ਪਿਛਲੇ ਪਾਸੇ ਭੀੜੀ ਜਿਹੀ ਗਲੀ ਹੁੰਦੀ ਸੀ, ਸ਼ਾਇਦ ਬਾਗ ਵਾਲੀ ਗਲੀ ਤਾਂ ਨਹੀਂ ਕਹਿੰਦੇ, ਇਹ ਬਹੁਤ ਛੋਟੀ, ਪਿਛਲੇ ਪਾਸੇ ਲੋਕਾਂ ਦੀਆਂ ਰਹਾਇਸ਼ਾਂ ਸਨ। ਹਾਂ, ਪਿਛਲੇ ਪਾਸੇ ਬਿਲਕੁਲ ਜੇ ਟੈਂਕੀ ਪਾਣੀ ਦੀ ਹੁੰਦੀ ਉਹਦੇ ਨਾਲ ਪਿਛਲੇ ਪਾਸੇ। ਹਾਂਜੀ, ਉੱਥੋਂ ਫਿਰ ਉਹਨਾਂ ਨੇ ਉਹ ਕਿਸੇ ਦੇ ਘਰ ਬੂਹਾ ਖੜਕਾਇਆ, ਉਹਨਾਂ ਨੂੰ ਵਾਲ ਲਿਆ। ਫਿਰ ਕੋਠੀ ਦੱਸਦੇ ਵੀ ਅਸੀਂ ਨਿਕਲ ਗਿਆ 6 ਤਰੀਕ ਨੂੰ। ਫਿਰ ਨਾ ਇਹ ਮਤਲਬ ਬਹੁਤ ਹੀ ਕਮਸਾਨ ਦੀ ਯੁੱਧ ਹੋਈ, ਉਹ ਦੱਸਦੇ ਆ। ਤੇ ਉਸ ਤੋਂ ਬਾਅਦ ਫਿਰ ਅਸੀਂ ਆਏ। ਮੈਨੂੰ ਇਹੋ ਲੱਗਦਾ ਸੀ ਵੀ ਨਹੀਂ ਹੈਗੇ, ਪਰ 10 ਦਿਨਾਂ ਬਾਅਦ ਮੈਨੂੰ ਮਿਲ ਪਏ ਸੀਗੇ।
ਉਹ ਤੋਂ ਬਾਅਦ ਉਹਨਾਂ ਨੂੰ ਪੁਲਿਸ ਨੇ ਮਾਰਿਆ। ਕਿੰਨੇ ਸਾਲਾਂ ਬਾਅਦ? ਕੋਈ ਉਹ 6-7 ਮਹੀਨਿਆਂ ਬਾਅਦ ਉਹਦੀ ਡੈਥ ਕਰ ਦਿੱਤਾ ਸੀ ਕਾਊਂਟਰ ਸਾਹਿਬ। ਉਹ ਫਿਰ ਸਰਗਰਮ ਹੋ ਗਏ ਹੋਣਗੇ? ਹਾਂ ਸਰਗਰਮ ਸੀ ਉਹਦੇ ਸੋ ਦੇ ਪਹਿਲੇ ਸਰਗਰਮ ਸੀਗੇ ਉਹ। ਉਹ ਫੈਡਰੇਸ਼ਨ ਵੱਲੋਂ ਸਨ? ਹਾਂ ਫੈਡਰੇਸ਼ਨ ਵੱਲੋਂ ਸਨ ਜੀ। ਉਹ ਕਿਉਂਕਿ ਸਾਡਾ ਲਾਗੇ ਪਿੰਡ ਦੇ ਸਕੂਲ ਪੜ੍ਹਦੇ ਦੇ ਸਵਾਗਤ ਹੈਗੇ ਸੀਗੇ ਤੇ ਇਦਾਂ ਕਰਕੇ ਉਹਦੇ ਸ਼ਹੀਦ ਭਾਈ ਸੁਰਿੰਦਰ ਸਿੰਘ ਵੜਿੰਗ ਹੁਣਾਂ ਦਾ ਨਾਮ ਲੈ ਕੇ ਤੁਸੀਂ ਗੱਲਾਂ ਦੱਸੀਆਂ, ਉਹਨਾਂ ਨਾਲ ਮੇਲ ਜੋਲ ਕਿਵੇਂ ਬਣਿਆ? ਉਹਨਾਂ ਨਾਲ ਮੇਲ ਜੋਲ ਇੱਦਾਂ ਭਾਈ ਅਮਰੀਕ ਸਿੰਘ ਦੇ ਨਾਲ ਮੈਂ ਆਉਣ ਜਾਣ ਹੈਗਾ ਸੀਗਾ ਤੇ ਉਹਨਾਂ ਨੂੰ ਮਤਲਬ ਕਈ ਉੱਥੇ ਬੈਠੇ ਆ ਤੁਹਾਡੇ ਲਾਗੇ ਦੇ ਹੈਗੇ ਆ। ਅੱਛਾ, ਉਹਨਾਂ ਕਰਵਾਈ? ਫਤਿਆਬਾਦ ਦੇ ਉਹਨਾਂ ਕਰਵਾਤੀ। ਉਹਨਾਂ ਸਾਡਾ ਪ੍ਰੇਮ ਪੈ ਗਿਆ। ਹਾਂ ਇਹ ਹੈ ਕਿ ਮੇਰੀ ਇੱਕ ਰੂਟੀਨ ਸੀ, ਜਦੋਂ ਮੈਂ ਸਿਸ਼ਵਤ ਲੈਣ ਜਾਣਾ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਆਉਣਾ ਸਾਂ। ਇਦਾਂ ਕਿੰਨੇ ਕੁ ਹਫ਼ਤੇ ਚੱਲਦਾ ਰਿਹਾ, ਕਿੰਨਾ ਕੁ ਸਮਾਂ ਚੱਲਦਾ ਰਿਹਾ? ਜੇ ਚੱਲਦਾ ਰਿਹਾ 6-7 ਮਹੀਨੇ। ਮੈਂ ਕੋਈ ਤਾਂ ਪਹਿਲਾਂ ਦੀ ਗੱਲ ਜਦੋਂ ਮੈਂ ਕੋਈ ਜਾਂਦਾ ਰਿਹਾ ਵਾਂ। ਮਤਲਬ 83 ਦੇ ਵਿੱਚ ਤੁਸੀਂ ਜਾਣਾ ਸ਼ੁਰੂ ਹੋ ਗਏ? ਹਾਂ ਸਾਡੇ ਉਹ ਮੈਂ ਵੇਖੋ ਜੀ ਮੇਰਾ ਨਾ ਇੱਕ ਚੀਜ਼ ਹੋਰ ਹੈ ਮੇਰੀ, ਇੱਕ ਤਾਂ ਇਹਨਾਂ ਨੇ ਕਾਨਫਰੰਸ ਸੱਦੀ ਸੀ ਫੌਜ ਦੀ। ਫੌਜ ਦੇ ਵੀ ਇਹਨਾਂ ਨੇ ਸੰਤਾਂ ਨੇ ਵੀ ਸਾਬਕਾ ਫੌਜੀ ਇੱਥੇ ਆਉਣ ਜੀ। ਇਹ ਸ਼ਾਇਦ ਤੁਹਾਨੂੰ ਵੀ ਪਤਾ ਹੋਏਗਾ, ਉਦੋਂ ਫੌਜ ਜਿਹੜੀ ਸੀ ਨਾ ਇਹ ਸਾਬਕਾ ਫੌਜੀਆਂ ਦੀ ਬਹੁਤ ਮਤਲਬ ਹੈ ਵੀ ਭੀੜ ਰਸ਼ ਹੋ ਗਿਆ। ਮੈਂ ਵੀ ਗਿਆ ਸਾਂ ਉਹਨਾਂ ਸੱਦੇ ਤੇ, ਮੈਂ ਵੀ ਪਹੁੰਚਾ ਸਾਂ ਜੀ। ਤੇ ਸੰਤਾਂ ਨੇ ਉਹ ਇੰਨਾ ਰਸ਼ ਵੇਖ ਕੇ ਤੇ ਬੜੇ ਖੁਸ਼ ਹੋਏ। ਸੰਤ ਕਹਿਣ ਲੱਗੇ, ਇਹ ਅਨਾਉਂਸਮੈਂਟ ਕੀਤਾ ਉਹਨਾਂ ਨੇ ਵੀ ਮੈਂ ਅਸੀਂ ਤੇ ਤੁਹਾਡੇ ਰੋਟੀ ਦਾ ਪ੍ਰਬੰਧ ਕੀਤਾ ਸੀ 1500 ਦਾ ਕਿ 1500 ਸਾਬਕਾ ਫੌਜੀ ਆਉਣਗੇ। ਅੱਛਾ ਜੀ। ਉੱਥੇ ਤਾਂ ਮੇਰਾ ਖਿਆਲ ਆ ਵੀ ਉਹ ਰਜਿਸਟਰ ਲਾਏ ਸੀ ਉਹਨਾਂ ਨੇ ਲਿਖਣ ਤੇ, ਜਿਹੜੇ ਵੀ ਆਉਂਦੇ ਸੀ ਉਹ ਨਾਂ ਲਿਖਦੇ ਸੀਗੇ ਤੇ ਉਹ ਰਜਿਸਟਰ ਸਾਰੇ ਭਰ ਗਏ। ਇੰਨਾ ਸਾਬਕਾ ਫੌਜੀ ਅਫਸਰ ਰਿਟਾਇਰ ਅਫਸਰ ਵੀ ਆ ਗਏ। ਉਦੋਂ ਉਹਨਾਂ ਨੇ ਫੋਟੋਆਂ ਲਾਈਆਂ ਸੀ ਜਨਰਲ ਦੌਲਤ ਸਿੰਘ ਦੀਆਂ, ਦੂਜੇ ਜਿਹੜੀ ਕਸ਼ਮੀਰ 'ਚ ਹੋ ਗਿਆ ਸੀਗਾ ਤੇ ਸੰਤਾਂ ਨੇ ਕਾਫੀ ਉਹਨਾਂ ਦੀਆਂ ਫੋਟੋਆਂ ਲਾਈਆਂ ਸੀ ਅੱਜ ਵੱਡੀਆਂ ਜੀ। ਤੇ ਅਸੀਂ ਫਿਰ ਚਲੇ ਗਏ। ਉਹ ਫਿਰ ਇੰਨੇ ਸਾਬਕਾ ਫੌਜੀ ਆ ਗਏ, ਮੇਰਾ ਖਿਆਲ 35-40 ਹਜ਼ਾਰ ਦੇ ਕਰੀਬ। ਇੰਨਾ ਜਗ੍ਹਾ ਹੀ ਨਹੀਂ ਸੀ ਕਿ ਖਲੋਣ ਨੂੰ ਹੈਗੀ ਜੀ। ਉਦੋਂ ਸਾਡੇ ਜਿਹੜੇ ਇਹ ਨਾ ਅਟਰੈਕਸ਼ਨ 'ਚ ਬੜੀ ਹੋ ਗਈ। ਉਦੋਂ ਇਹ ਵਾਕਫੀ ਸਾਡੀ ਹੋ ਗਈ ਸੀ ਇਹਨਾਂ ਦੇ ਨਾਲ। ਫਿਰ ਇਸ ਗੱਲ ਦੀ ਵਿਆਖਿਆ ਕਰਨੀ ਹੋਵੇ ਤਾਂ ਸਾਬਕਾ ਸਿੱਖ ਫੌਜੀਆਂ ਦੇ ਵਿੱਚ ਸੰਤਾਂ ਨੇ ਕੌਮੀਅਤ ਜਗਾਈ। ਹਾਂ ਬਿਲਕੁਲ, ਬੜੇ ਖੁਸ਼ ਸੀ ਫੌਜੀ ਸਾਰੇ ਹੀ। ਉਹ ਸੰਤਾਂ ਦੇ ਸੱਦੇ ਦੇ ਵੇਖੋ ਜੀ, ਉਹਨਾਂ ਨੇ ਆਪ ਮੰਨਿਆ ਵੀ ਮੈਂ 1500 ਬੰਦਾ ਸਮਝਿਆ ਵੀ ਆਉਣਗੇ ਤੇ ਇਹ ਤਾਂ ਵਾਹਿਗੁਰੂ ਦੀ ਕਿਰਪਾ ਹੋ ਗਈ ਆ। ਜਿਹੜੇ ਪਾਸੇ ਵੇਖੋ ਸਭ ਸਾਬਕਾ ਫੌਜੀ ਨਜ਼ਰ ਆ ਰਹੇ ਨੇ। ਉਹਨੇ ਕਿਹਾ ਹੁਣ ਏਦਾਂ ਕਰੋ ਵੀ ਚਲੋ ਹੁਣ ਲੰਗਰ ਦੀ ਪ੍ਰਸ਼ਾਦਾ ਛਕੋ ਸਾਰੇ। ਅੱਛਾ ਜੀ। ਬੜੇ ਖੁਸ਼ ਸਾਡੇ, ਭਾਵੇਂ ਕੁਛ ਵੀ ਆ ਵੀ ਅਸੀਂ ਚਲੋ ਵੇਖ ਕੇ ਵੇਖੋ ਡਾਕਟਰ ਕਰਕੇ ਹੋ ਗਿਆ। ਮੈਂ ਤਾਂ ਉਹਨਾਂ ਨੂੰ ਬੜੀ ਚੜ੍ਹਦੀ ਕਲਾ ਦੀ ਵੇਖਦਾ ਰਿਹਾ ਸਾਰਿਆਂ ਨੂੰ। ਬੜੇ ਕਦੀ ਚਿਹਰੇ ਤੇ ਕੋਈ ਆਇਆ ਹੀ ਨਹੀਂ ਸੀ ਹੈਗਾ। ਉਹ ਸਾਡੇ ਗ੍ਰੰਥੀ ਸਾਹਿਬ ਜਿਹੜੇ ਅੰਦਰ ਦਰਬਾਰ ਸਾਹਿਬ ਸੀ ਉਹਨਾਂ ਦੇ ਮੈਂ ਥੋੜ੍ਹੀ ਜਿਹੀ ਮਰਜਾਨ ਦੇਖੀ ਸੀ ਉਦੋਂ ਤੇ ਬਾਕੀ ਸਾਰੇ ਬੜੇ ਖੁਸ਼ ਸੀਗੇ। ਜਿਹੜੇ ਜੂਝਣ ਵਾਲੇ ਸੀ ਉਹ ਖੇੜੇ ਜੀ ਸਨ। ਖੇੜੇ ਸਭ ਜਿਹੜੇ ਝੂਝਣ ਵਾਲੇ ਸੀ ਉਹ ਸਭ ਆਪਾਂ ਹੋ ਸਭ ਪੋਜੀਸ਼ਨਾਂ ਲੈ ਕੇ ਬੈਠੇ ਹੋਣ, ਪਰ ਬਾਹਰ ਕੋਈ ਸਾਨੂੰ ਨਜ਼ਰ ਨਹੀਂ ਆਇਆ। ਪਾਈ ਦੇ ਪਿੱਛੇ ਦੀ ਬਸ ਏਦਾਂ ਕਰਕੇ ਹੀ ਫਿਰ ਆ ਗਏ ਸੀ। ਅੱਛਾ, ਤੁਸੀਂ ਜਿਵੇਂ ਦੱਸਿਆ ਕਿ ਦਰਬਾਰ ਸਾਹਿਬ ਅਕਸਰ ਜਾਇਆ ਕਰਦੇ ਸੀ 84 ਤੋਂ ਪਹਿਲਾਂ। ਹਾਂ। ਤੇ ਜਿਹੜੇ ਬੰਦੇ ਮੂਵਮੈਂਟ ਸਾਡੇ ਸਿੰਘ ਚਲਾ ਰਹੇ ਸਨ ਉਹਨਾਂ ਨੂੰ ਮਿਲਿਆ ਕਰਦੇ ਸੋ ਕਦੇ ਜਨਰਲ ਸ਼ਬੇਗ ਸਿੰਘ ਉਹਨਾਂ ਦੇ ਦਰਸ਼ਨ ਕੀਤੇ? ਹਾਂ ਕੀਤੇ, ਇੱਕ ਵਾਰ ਮੈਂ ਤੁਰੇ ਜਾਂਦੇ ਵੇਖੇ ਸੀਗੇ। ਅੱਛਾ ਜੀ। ਹਾਂ, ਪਰ ਮੇਰੀ ਉਹਨਾਂ ਵਾਕ ਵੀ ਕੋਈ ਨਹੀਂ ਸੀ ਹੈਗੀ ਤੇ ਪਰ ਰਿਕਾਰਡ ਬੜਾ ਹੀ ਸਾਡੇ ਦਿਲ 'ਚ ਉਹਨਾਂ ਵਾਸਤੇ ਮੈਂ ਵੇਖੇ ਸੀ। ਉਹ ਬਹੁਤ ਹੀ ਮਤਲਬ ਮੈਨੂੰ ਪਿਆਰੇ ਲੱਗੇ ਉਹ। ਹੁਣ ਤੇ ਉਹ ਗੱਲ ਬਣੀ ਨਹੀਂ ਮਤਲਬ ਬਣੇ ਲਾਲ ਗਵਾਚੇ ਮਿੱਟੀ ਨਾਲ ਫਰੋਟ ਹੋ ਗਈ ਆ। ਤੇ ਹੁਣ ਆਹ ਗੱਲ ਬਣੀ ਸਾਡੇ ਜਿਹੜੇ ਸਾਰੇ ਇੰਨੇ ਵਧੀਆ ਬੰਦੇ ਸੀ ਸਾਰੇ ਹੀ, ਇਹਨਾਂ ਨੇ ਸਰਕਾਰ ਨੇ ਬਹੁਤ ਬੇਵਕੂਫੀ ਕਰਕੇ ਦਰਬਾਰ ਸਾਹਿਬ 'ਤੇ ਅਟੈਕ ਨਹੀਂ ਸੀ ਕਰਨਾ ਚਾਹੀਦਾ ਜੋ ਇਹਨਾਂ ਨੇ ਇਹ ਕੀ ਸੋਚ ਕੇ ਕੀਤਾ ਇਹਨਾਂ ਨੂੰ। ਤਾਂ ਰਿਹਾ ਵੀ ਕੀ ਉਹਨਾਂ ਦਾ। ਅਜੇ ਵੀ ਜਿਹੜਾ ਸਿੱਖਾਂ ਦੇ ਨਾਲ ਇਹ ਜਾਤੀਆਂ ਕਰਨ ਨੂੰ ਨਹੀਂ ਹਟਦੇ, ਕਰੀ ਜਾਂਦੇ ਨੇ। ਹੁਣ ਸਾਡੇ ਜ਼ਿਮੀਂਦਾਰ ਬੈਠੇ ਨੇ ਉੱਥੇ ਜਾ ਕੇ ਤੇ ਉਹਨਾਂ ਦਾ ਵੇਖ ਲਓ ਕਿਸ ਤਰ੍ਹਾਂ ਕਿੰਨੇ ਬੰਦੇ ਉਹਨਾਂ ਦੇ ਵਿਚਾਰੇ 500 ਚਲੇ ਗਏ ਨੇ ਦੁਨੀਆ ਤੋਂ। ਉਹ ਕੋਈ ਪਰਵਾਹ ਹੀ ਨਹੀਂ ਕਰਦੇ ਉਹਨਾਂ ਦੀ। ਕੀ ਤਿੰਨ ਦੇ ਕਾਨੂੰਨ ਹੀ ਸੀ ਬਿਲਕੁਲ ਸਿੱਖਾਂ ਦੇ ਨਾਲ ਜਿੱਦਾਂ ਉਹਨਾਂ ਨੇ ਉਹ ਸਿੱਖਾਂ ਨੂੰ ਸਮਝਦੇ ਕੁਛ ਨਹੀਂ ਹੈਗੇ। ਅਜੇ ਸਿੱਖਾਂ ਤੋਂ ਬਗੈਰ
ਭਾਰਤ ਅਧੂਰਾ ਆ। ਸਿੱਖ ਇਹੋ ਜਿਹੀ ਕੌਮ ਆ, ਅਸੀਂ ਫੌਜੀ ਆ, ਸਾਨੂੰ ਪਤਾ ਵਾ ਵੀ ਫੌਜ ਜਿਹੜੀ ਆ, ਫੌਜ ਦੇ ਵਿੱਚ ਸਾਡੀ ਬੜੀ ਮਾਰਸ਼ਲ ਕੌਮ ਹੈਗੀ ਆ। ਹੁਣ ਜਿੰਨੀ ਇਨਫੈਂਟਰੀ ਜਿੰਨੀ ਸਾਡੀ ਸਿੱਖ ਇਨਫੈਂਟਰੀ ਨੇ, ਦੂਜੀਆਂ ਚੀਜ਼ਾਂ ਬੜੀਆਂ ਚੰਗੀਆਂ ਨੇ। ਜਦੋਂ ਕੋਈ ਗੱਲ ਹੁੰਦੀ ਉਹੀ ਜਾ ਕੇ ਠੱਲ ਪਾਉਂਦੇ ਆ। ਇਹਨਾਂ ਨੂੰ ਵਿਤਕਰਾ ਨਹੀਂ ਕਰਨਾ ਚਾਹੀਦਾ। ਇਹ ਇੰਨਾ ਕੁਛ ਵਾਪਰਨ ਦੇ ਬਾਵਜੂਦ ਹੀ ਅਜੇ ਇਹਨਾਂ ਨੂੰ ਅਕਲ ਨਹੀਂ ਆਈ ਹੈਗੀ। ਕੀ ਕੀਤਾ ਜਾਵੇ? ਮੇਤੇ ਮੁਕੱਦਮੇ ਬਣੇ, ਬਾਅਦ ਕਈ ਕੁਛ ਹੋਇਆ, ਬਹੁਤ ਕੁਛ ਵਾਪਰਿਆ ਸਾਡੇ ਨਾਲ। ਹੁਣ ਮੈਂ ਆਪਣੇ ਘਰ ਬੈਠਾ, ਮੈਂ ਸੁਪਰੀਮ ਕੋਰਟ ਦੇ ਆਰਡਰ ਤੇ ਬੈਠਾ ਆਇਆ ਇੱਥੇ ਘਰ। ਮੈਂ ਇਹਨਾਂ ਇੰਨੀਆਂ ਜਾਤੀਆਂ ਕੀਤੀਆਂ, ਮੈਂ ਤਾਂ ਹੈਰਾਨ ਆ ਵੀ ਬਣ ਕੀ ਡਿਆ ਵਾ। ਮੈਂ ਜਾਣਦਾ ਤੁਸੀਂ ਤਸ਼ੱਦਦ ਦੇ ਦੌਰ ਚੋਂ ਲੱਗੇ ਹੋ। ਆ ਮੇਰਾ ਕੰਨ ਬੋਲਾ, ਇਹਦੇ ਬਾਅਦ ਦੀ ਗੱਲਾਂ ਨੇ ਨਾ। ਇਹ ਮੈਂ ਤਾਂ ਤੁਹਾਨੂੰ ਤੇ ਗੱਲ ਕਰਨ ਡਿਆ 3 ਜੂਨ ਦੀ। ਉਹ ਤੋਂ ਬਾਅਦ ਬੜਾ ਕੁਛ ਹੋਇਆ ਵਾ, ਬਹੁਤ ਕੁ ਵਾਪਰਿਆ ਸਾਡੇ ਪਰਿਵਾਰ ਦੇ ਨਾਲ। ਉਹ ਮੈਂ ਸਾਰਾ ਸੁਪਰੀਮ ਕੋਰਟ ਦਿੱਤਾ ਲਿਖ ਕੇ। ਸੋਢੀ ਸਾਹਿਬ ਮੇਰੇ ਵਕੀਲ ਸੀ। ਫਿਰ ਦੇਖੋ ਮੈਂ ਇਹਦਾ ਗੱਲ ਦੱਸਾਂ, ਜਿਹੜੇ ਸਾਡੇ ਤੇ ਬਗਲਾ ਸੀ ਉਹ ਸਾਰੀ ਦੁਨੀਆ ਤੋਂ ਚਲੇ ਗਏ ਆ ਜੀ। ਮੈਂ ਨਹੀਂ ਖੁਸ਼ ਹੈਗਾ ਵੀ ਉਹ ਕਿਉਂ ਗਏ ਆ, ਵੀ ਚੰਗਾ ਹੋ ਗਿਆ। ਉਹ ਨਹੀਂ, ਪਰਮਾਤਮਾ ਨੇ ਸਜ਼ਾ ਦੇ ਦਿੱਤੀ ਆ। ਮੇਰੇ 3 ਜੱਜ ਸੀਗੇ, ਜਸਟਿਸ ਅਹਿਮਦੀ, ਜਸਟਿਸ ਆਨੰਦ, ਜਸਟਿਸ ਭੂਚਾ ਸਾਹਿਬ। ਅਹਿਮਦੀ ਚੀਫ ਜਸਟਿਸ ਸੀਗੇ, ਬਾਕੀ 2 ਜਿਹੜੇ ਸੀ ਉਹ ਜੱਜ ਸੀਗੇ। ਉਹ ਵੀ ਚੀਫ ਜਸਟਿਸ ਰਿਟਾਇਰ ਹੋ ਗਏ, ਬਣ ਕੇ ਫਿਰ ਰਿਟਾਇਰ ਹੋਏ ਨੇ, ਜਿਨ੍ਹਾਂ ਮੇਰੀ ਮਦਦ ਕੀਤੀ, ਜਿਨ੍ਹਾਂ ਮੇਰਾ ਕੇਸ ਲੱਗਾ, ਜਿਨ੍ਹਾਂ ਕੋਲ ਮੇਰਾ। ਜਿਹੜੇ ਸਾਡੇ ਸੋਢੀ ਸਾਹਿਬ ਵਕੀਲ ਸੀਗੇ ਮੇਰੇ, ਉਹ ਹਾਈ ਕੋਰਟ ਦੇ ਜੱਜ ਬਣੇ ਦਿੱਲੀ ਦੇ। ਉਹਨਾਂ ਨਾਲ ਮੇਰਾ ਹੁਣ ਹੀ ਪਿਆਰ ਹੈਗਾ ਵਾ ਜੀ। ਤੇ ਸੋ ਹੋਇਆ ਵੀ ਅੱਜ ਮੈਂ ਘਰ ਬੈਠਾ ਤੇ ਸੋਢੀ ਸਾਹਿਬ ਨੇ ਮੇਰਾ ਕੇਸ ਲੜਿਆ ਸੀ। ਇਹ ਤੇ ਬਹੁਤ ਲੰਮੀਆਂ ਚੌੜੀਆਂ ਗੱਲਾਂ ਸਾਡੀਆਂ। ਮੈਂ ਆਪਣੇ ਸੁਣਨ ਵਾਲਿਆਂ ਨੂੰ Sikh24.com ਜਿਹੜੇ ਇਸ ਵੇਲੇ ਵੇਖ ਰਹੇ ਉਹਨਾਂ ਤੱਕ ਦੱਸ ਦਈਏ ਕਿ ਸਰਦਾਰ ਸੁਰਿੰਦਰ ਸਿੰਘ ਫੌਜੀ ਝੂਠੇ ਪੁਲਿਸ ਮੁਕਾਬਲੇ ਚੋਂ ਬਚੇ ਹੋਏ ਇੱਕ ਸਿੱਖ ਨੇ। ਇਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਪੁਲਿਸ ਨੇ ਆਪਣੇ ਵੱਲੋਂ ਬਣਾ ਦਿੱਤਾ ਸੀ, ਪਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਅੱਜ ਜਿਉਂਦੇ ਜਾਗਦੇ ਸਾਡੇ ਸਾਹਮਣੇ ਨੇ। ਇਹਨਾਂ ਬਾਰੇ ਲੰਮੀ ਗੱਲਬਾਤ ਅਸੀਂ ਆਉਣ ਵਾਲੇ ਸਮੇਂ 'ਚ ਅਕਾਲ ਪੁਰਖ ਮਿਹਰ ਕਰਨ ਅਸੀਂ ਕਰਾਂਗੇ। ਠੀਕ ਹੈ। ਮੈਂ ਥੋੜਾ ਜਿਹਾ ਬੇਸ ਦੱਸ ਦਿੱਤਾ ਤੁਹਾਡਾ ਕਿ ਲੋਕਾਂ ਨੂੰ ਸਮਝ ਲੱਗ ਜਾਏ ਤੁਸੀਂ ਕੌਣ। ਹਾਂਜੀ ਹਾਂਜੀ। ਆਪਾਂ ਫੇਰ ਗੱਲ ਜੂਨ 1984 ਤੇ ਹੀ ਲੈ ਜਾਈਏ ਜੀ। 3 ਦੀ ਰਾਤ ਤੁਸੀਂ ਕੋਠੇ ਤੇ ਕੱਟੀ, ਗਰਮੀ ਬੜੀ ਸੀ, ਤੁਸੀਂ ਕਿ ਅਨਾਉਂਸਮੈਂਟ ਹੋਈ 4 ਨੂੰ ਹਰਲ ਕਰਦੀ ਫੌਜ ਸਾਰੇ ਪਾਸੇ, ਜਿੱਧਰ ਨਿਗਾਹ ਘਮਾਉਂਦੇ ਸੋ ਫੌਜ ਹੀ ਸੀ। ਅਗਲੇ ਦਿਨ ਦੱਸੋ 5 ਨੂੰ 6 ਨੂੰ 7 ਨੂੰ 8 ਨੂੰ ਕੀ ਕੁਝ ਵਾਪਰਿਆ, ਕੁਝ ਚੇਤਾ ਹੋਵੇ ਤਾਂ। ਅਸੀਂ ਦੇਖੋ ਜੀ, ਮੇਰੇ ਕੋਲ ਰੇਡੀਓ ਹੁੰਦਾ ਸੀਗਾ ਮਰਫੀ ਦਾ, ਬੜਾ ਵਧੀਆ ਰੇਡੀਓ ਸੀਗਾ। ਖਬਰਾਂ ਸਾਰੀਆਂ ਬੰਦ ਹੋ ਗਈਆਂ, ਅਖਬਾਰਾਂ ਬੰਦ ਹੋ ਗਈਆਂ, ਕੋਈ ਪਤਾ ਨਹੀਂ ਕੱਟੇ। ਹਾਂ, ਮੈਂ BBC ਲੰਡਨ ਤੋਂ ਖਬਰਾਂ ਜ਼ਰੂਰ ਸੁਣਦਾ ਸਾਂ। ਮੈਂ ਰਾਤ ਨੂੰ ਲਾ ਲੈਂਦਾ ਸਾਂ BBC ਲੰਡਨ, ਬਹੁਤ ਸੋਹਣੀ ਆਵਾਜ਼ ਹੁੰਦੀ ਸੀਗੀ। ਤੇ ਮੈਨੂੰ ਇਹ ਇੱਦਾਂ ਲੱਗਦਾ ਹੁਣ 6 ਤਰੀਕ ਦੇ ਯਾਦ ਨਹੀਂ ਕਿ ਇਹਨਾਂ ਉਹਨਾਂ ਅਨਾਉਂਸਮੈਂਟ ਕੀਤੀ ਸੀ BBC ਲੰਡਨ ਤੋਂ ਵੀ ਬਾਦਲ ਸਾਹਿਬ ਨੇ ਇਹ ਗੱਲ ਕਹੀ ਆ ਭਈ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਵਾ ਤੇ ਫੌਜੀ ਆਪਣੀ ਬਾਰਕਾਂ ਛੱਡ ਕੇ ਦਰਬਾਰ ਸਾਹਿਬ ਦੀ ਹਿਫਾਜ਼ਤ ਵਾਸਤੇ ਆਉਣ। ਉਹ ਤੋਂ ਬਾਅਦ ਫੌਜੀ ਤੁਰ ਪਏ ਨੇ। ਅੱਛਾ ਜੀ। ਪਰ ਬਾਦਲ ਸਾਹਿਬ ਨੇ ਉਹਨਾਂ ਨੂੰ ਨਹੀਂ ਪੁੱਛਿਆ। ਚਾਹੀਦਾ ਤੇ ਇਹ ਸੀ ਵੀ ਉਹਨਾਂ ਨੂੰ ਜਿਹੜੇ ਹੈਗੇ ਨੇ ਰੁਲਦੇ ਚਾਰੇ ਹੈਗੇ, ਉਹਨਾਂ ਨੂੰ ਕੋਈ ਬੈਨੀਫਿਟ ਸੋਚਦੇ। 3-4 ਦਿਨ ਚੀਫ ਮਿਨਿਸਟਰ ਰਿਹਾ, ਸਭ ਕੁਝ ਰਿਹਾ, ਕੁਛ ਨਹੀਂ ਕੀਤਾ ਇਹਨੇ। ਇਹਨੂੰ ਕੌਮ ਵਿੱਚ ਪਾ ਕੇ। ਬਾਕੀ ਇਹ ਵੀ ਜਿਹੜਾ ਹਮਲਾ ਹੋਇਆ ਨਾ, ਇਹ ਬਿਲਕੁਲ ਅਕਾਲੀਆਂ ਦੀ ਰਾਏ ਨਾਲ ਹੋਇਆ ਵਾ। ਜੇ ਕਹੋ ਤੇ ਮੈਂ ਤੁਹਾਨੂੰ ਦਿਖਾ ਦਿੰਦਾ ਵਾ ਜਿਹੜੀਆਂ ਇਹਨਾਂ ਨੇ ਚਿੱਠੀਆਂ ਲਿਖੀਆਂ। ਹਾਂ, ਮੇਰੇ ਕੋਲ ਚਿੱਠੀ ਪਈ ਆ। ਭਾਈ ਸੁਰਿੰਦਰ ਸਿੰਘ ਫੌਜੀ ਕੁਛ ਆਪਣੇ ਪੁਰਾਣੇ ਦਸਤਾਵੇਜ਼ ਫੋਲ ਰਹੇ ਆ। ਹਾਂ ਜੀ। 1 ਮਿੰਟ ਬਸ ਲੱਗੇ ਹੀ ਹੋਣਾ। ਆ ਚਿੱਠੀ ਆ ਜਿਹੜੀ ਇਹਨਾਂ ਨੇ ਧਵਨ ਸਾਹਿਬ ਨੂੰ ਲਿਖੀ ਸੀ। ਹਰਚੰਦ ਸਿੰਘ ਲੌਂਗੋਵਾਲ ਵੱਲੋਂ। ਹਾਂਜੀ। ਇਹ ਜੇ ਕਹੋ ਤੇ ਪੜ੍ਹ ਕੇ ਸੁਣਾ ਦਿੰਦਾ। ਜ਼ਰੂਰ ਸੁਣਾ ਦਿਓ ਜੀ। ਪੰਜਾਬੀ ਦੇ ਵਿੱਚ ਹੈ ਤੇ ਅੰਗਰੇਜ਼ੀ ਜਾਂ ਔਖਾ ਕੀਤਾ ਦਾ। ਇਹ ਚਿੱਠੀ ਆਈ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਨਾਮ ਸਾਕਾ ਨੀਲਾ ਤਾਰਾ, ਹਰਚੰਦ ਸਿੰਘ ਲੌਂਗੋਵਾਲ ਵੱਲੋਂ ਇੰਦਰਾ ਗਾਂਧੀ ਦੇ ਪ੍ਰਾਈਵੇਟ ਸੈਕਟਰੀ CRK ਧਵਨ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਦਰ ਫੌਜ ਭੇਜਣ ਬਾਰੇ ਲਿਖੀ ਚਿੱਠੀ
ਜਿਸ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਪੂਰੀ ਤਰ੍ਹਾਂ ਭਾਈਵਾਲ ਦੱਸੇ ਗਏ ਹਨ। ਪੰਜਾਬੀ ਅਨੁਵਾਦ 25 ਅਪ੍ਰੈਲ 1984 ਮਿਸਟਰ ਆਰ ਕੇ ਧਵਨ 1 ਸਫਦਰਗੰਜ ਰੋਡ ਨਵੀਂ ਦਿੱਲੀ। ਪਿਆਰੇ ਧਵਨ ਸਾਹਿਬ, ਜਿਵੇਂ ਆਪ ਜੀ ਨੂੰ ਪਤਾ ਹੈ ਕਿ ਸਰਦਾਰ ਗੁਰਚਰਨ ਸਿੰਘ ਦੀ ਜਾਨ ਨੂੰ ਖਤਰਾ ਹੈ, ਇਸ ਲਈ ਮੈਂ ਚਿੱਠੀ ਆਪ ਜੀ ਨੂੰ ਲਿਖ ਰਿਹਾ ਹਾਂ। ਸੰਤ ਜਰਨੈਲ ਸਿੰਘ ਆਪਣੀ ਅੜੀ ਨਹੀਂ ਛੱਡ ਰਿਹਾ ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਸਾਨੂੰ ਉਹ ਕੁਝ ਕਰਨਾ ਪੈਣਾ ਹੈ ਜਿਹੜਾ ਅਸੀਂ ਪਹਿਲਾਂ ਵਿਉਂਤਿਆ ਸੀ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਹੀ ਆਪ ਜੀ ਨੂੰ ਵਿਸਤਾਰ ਸੇ ਸਮਝਾ ਦਿੱਤਾ ਹੈ। ਭਿੰਡਰਾਂ ਵਾਲੇ ਦੇ ਆਦਮੀ ਫੌਜ ਨੂੰ ਦੇ ਕੇ ਭੱਜ ਜਾਣਗੇ ਅਤੇ ਸੰਭਾਵਨਾ ਹੈ ਉਹ ਵੀ ਮਸੰਤ ਭਿੰਡਰਾਂ ਵਾਲਾ ਭੱਜ ਜਾਵੇਗਾ। ਮੇਜਰ ਜਨਰਲ ਜਸਵੰਤ ਸਿੰਘ ਭੁੱਲਰ ਅਤੇ ਪ੍ਰੋਫੈਸਰ ਮਨਜੀਤ ਸਿੰਘ ਅਮਰੀਕਾ ਜਾਣ ਲਈ ਰਾਜ਼ੀ ਹੋ ਗਏ ਹਨ। ਉਹਨਾਂ ਨੂੰ ਪੂਰੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਅਤੇ ਅਮਰੀਕਾ ਜਾਣ ਤੋਂ ਪਹਿਲਾਂ ਆਪ ਜੀ ਨੂੰ ਮਿਲਣਗੇ। ਉਹਨਾਂ ਦੇ ਖਰਚੇ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਅਮਰੀਕਾ ਵਾਲਾ ਦੀਦਾਰ ਸਿੰਘ ਬੈਂਸ ਅਤੇ ਜਗਜੀਤ ਸਿੰਘ ਚੌਹਾਨ ਉਹਨਾਂ ਨਾਲ ਕੰਮ ਕਰਨਗੇ। ਉਹਨਾਂ ਨੂੰ ਕਿਹਾ ਗਿਆ ਹੈ ਇਸ ਤੋਂ ਪਹਿਲਾਂ ਕਿ ਸਿੱਖ ਸੰਗਤ ਹੋ ਕੇ ਸੰਤ ਜਰਨੈਲ ਸਿੰਘ ਦੀ ਮਦਦ ਕਰਨ, ਉਹ ਵਿਦੇਸ਼ ਵਿੱਚ ਰਹਿੰਦੇ ਸਿੱਖਾਂ ਨੂੰ ਸੰਕਟਿਤ ਕਰਨ ਹੋਣ ਤੋਂ ਰੋਕਣ। ਕਿਰਪਾ ਕਰਕੇ ਆਪਣੇ ਸਾਰੇ ਆਦਮੀਆਂ ਨੂੰ ਕਹਿਣਾ ਕਿ ਉਹ ਇਹਨਾਂ ਮੇਜਰ ਜਨਰਲ ਜਸਵੰਤ ਸਿੰਘ ਭੁੱਲਰ ਅਤੇ ਪ੍ਰੋਫੈਸਰ ਮਨਜੀਤ ਸਿੰਘ ਸਿੱਧੂ ਦੀ ਹਰ ਕਿਸਮ ਦੀ ਸੰਭਵ ਮਦਦ ਕਰਨ। ਅਸੀਂ ਛੇਤੀ ਆਪ ਜੀ ਨੂੰ ਵਿਦੇਸ਼ਾਂ ਵਿੱਚ ਰਹਿੰਦੇ ਉਹਨਾਂ ਸਿੱਖਾਂ ਦਾ ਨਾਮ ਪਤਾ ਦੇਵਾਂਗੇ ਜਿਹੜੇ ਸੰਤ ਜਰਨੈਲ ਸਿੰਘ ਦੀ ਮਦਦ ਕਰਦੇ ਹਨ। ਮੈਨੂੰ ਉਮੀਦ ਹੈ ਕਿ ਆਪਣੀ ਸਕੀਮ ਸਿਰੇ ਚੜ੍ਹ ਜਾਵੇਗੀ ਅਤੇ ਸੰਤਾਪ ਤੋਂ ਬਹੁਤ ਛੇਤੀ ਮੁਕਤ ਹੋ ਜਾਵਾਂਗੇ। ਆਪ ਜੀ ਦਾ ਸ਼ੁਭ ਚਿੰਤਕ ਦਸਤਖਤ ਹਰਚੰਦ ਸਿੰਘ ਲੌਂਗੋਵਾਲ। ਇਹ ਚਿੱਠੀ ਆ ਜੀ, ਇੱਥੋਂ ਇਹ ਸਾਬਤ ਹੁੰਦਾ ਵਾ ਵੀ ਸਾਰੀ ਜੋ ਕਾਰਵਾਈ ਆ ਇਹਨਾਂ ਨੇ ਅਕਾਲੀਆਂ ਨੇ ਕਰਾਈ ਆ। ਜਿਹੜਾ ਇਹਨਾਂ ਦੀ ਭਾਈਵਾਲ। ਹਾਂ, ਕੀ ਕਰੋਗੇ? ਸਿੱਖਾਂ ਨੇ ਕੀ ਸਬਕ ਸਿੱਖਿਆ ਇਸ ਗੱਲ ਤੋਂ? ਸਿੱਖ ਸਾਰੇ ਕਰਨ ਕੀ, ਸਿੱਖਾਂ ਦੇ ਕੋਲ ਹੈ ਕੀ ਕਰਨ ਵਿਚਾਰੇ ਸਿੱਖ। ਸਿੱਖ ਜਦੋਂ ਮਰਜ਼ੀ ਫੜ ਕੇ ਮੁਕੱਦਮੇ ਬਣਾ ਦਿੰਦੇ ਆ, ਫੜ ਕੇ ਅੰਦਰ ਦੇ ਦਿੰਦੇ ਆ, ਕਰ ਦਿੰਦੇ ਆ। ਸਿੱਖ ਵਿਚਾਰੇ ਕੀ ਕਰਨ? ਸਿੱਖ ਇਹ ਆ ਵੀ ਇਹਨਾਂ ਨੇ ਚਾਹੀਦਾ ਕਿ ਸੋਚ ਸਮਝ ਕੇ ਵੋਟਾਂ ਦੇਣ ਜੇ ਦੇਣੀਆਂ ਨੇ। ਸਾਡਾ ਕੋਈ ਪਾਰਟੀ ਆ ਜੇ ਜੋ ਸਾਡੇ ਪਗੜੀ ਧਾਰੀ ਸਾਡੇ ਵੱਲ ਦੇ, ਦੂਜੇ ਤੇ ਅਸੀਂ ਕੀ ਆਸ ਰੱਖ ਸਕਦੇ ਹੈਗੇ। ਬੜੀਆਂ ਗੰਭੀਰ ਗੱਲਾਂ ਨੇ। ਕੀ ਕੀਤਾ ਜੀ? ਦੁੱਖ ਬਹੁਤ ਆ, ਕੀ ਕਰੀਏ? ਪਰਮਾਤਮਾ ਹੀ ਆ, ਹੁਣ ਤਾਂ ਡੋਰੀਆਂ ਉਸੇ ਦੀ ਆ। ਜਿਵੇਂ ਕਿ ਸਿੱਖਾਂ ਨੂੰ ਸੰਤ ਜਰਨੈਲ ਸਿੰਘ ਵਾਂਗ ਆਗੂ ਮਿਲੇ, ਕੌਮ ਲੀਡਰਲੈਸ ਆ। ਬਿਲਕੁਲ। ਉਹਨਾਂ ਦੀ ਹੌਂਦ ਨੂੰ ਕਿਵੇਂ ਮੰਨਦੇ ਹੋ? ਉਹਨਾਂ ਦੀ ਗੈਰ ਹੈ ਜਿਹੜੀ ਬਹੁਤ ਮਤਲਬ ਹੈ ਕਿ ਕੋਈ ਚਾਹੀਦੇ ਸੀ ਉਹ ਅੱਜ ਉਹ ਹੁੰਦੇ ਤੇ ਆਹ ਹਾਲਾਤ ਨਾ ਹੁੰਦੇ। ਉਹਨਾਂ ਨੂੰ ਬਚਾਉਣਾ ਚਾਹੀਦਾ ਸੀਗਾ ਜੀ। ਐਸਾ ਜਿਹੜੀ ਕੌਮ ਆ ਲੀਡਰ ਤੋਂ ਰਹਿਤ ਆ, ਕੋਈ ਇਹੋ ਜਿਹਾ ਸੰਤਾਂ ਵਰਗਾ ਲੀਡਰ ਹੈ ਨਹੀਂ ਜਿਹੜਾ ਕੌਮ ਨੂੰ ਸੰਭਾਲ ਸਕੇ। ਮੈਂ ਤਾਂ ਆਪਣੇ ਸੈਕਟਰੀਆਂ ਨੂੰ ਜ਼ਰੂਰ ਕਹੂੰਗਾ, ਇੱਕ ਮੈਂ ਇਹ ਜਿਹੜੇ ਕੇਸ ਕਟਾਈ ਫਿਰਦੇ ਹੈਗੇ ਨੇ, ਇਹਨਾਂ ਨੂੰ ਸਭ ਨੂੰ ਗੁਰੂ ਵੱਲ ਪਾਸੇ ਆਉਣਾ ਚਾਹੀਦਾ ਵਾ। ਕੇਸ ਰੱਖਣ, ਪੱਗਾਂ ਬੰਨ੍ਹਣ, ਸੋਹਣੇ ਬਣਨ, ਹੈ ਆਪਣੀ ਹੋਂਦ ਦੀ ਗੱਲ, ਆਪਣੀ ਹੋਂਦ ਪਤਾ ਲੱਗੇ ਵੀ ਆ ਹੈਗੇ ਆ ਅਸੀਂ ਤੇ ਅਸੀਂ ਕੌਣ ਆ। ਕੌਣ ਆ? ਦਿਲ ਬਹੁਤ ਦੁਖੀ ਆ, ਕਿਹਨੂੰ ਫੋੜ ਕੇ ਦਸੀਏ? ਜਿਨ੍ਹਾਂ ਕੋ ਫੋਲਾਂਗੇ ਉਹ ਗੱਲ ਸੁਣ ਤੇ ਲੈਣਗੇ, ਬਾਅਦ 'ਚੋਂ ਟਿਚਰਾਂ ਕਰਦੇ। ਫਿਰ ਇਹ ਚੀਜ਼ ਬਣੀ ਸਾਡੀ। ਮੈਂ ਪਰਮਾਤਮਾ ਦੀ ਕਿਰਪਾ ਨਾਲ ਬਚਿਆ ਵਾਂ ਜੀ। 6 ਬੰਦੇ ਮਾਰੇ ਆ, 7ਵਾਂ ਮੈਂ ਬਚ ਗਿਆ। ਆਪਣੀ ਫੌਜੀ ਟ੍ਰੇਨਿੰਗ ਸੀ, ਪਰਮਾਤਮਾ ਦੀ ਕਿਰਪਾ ਸੀ। ਉਹਦੇ ਹੱਥ
ਸਿਰ ਤੇ ਹੱਥ ਸੀ। ਇਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਮੈਂ ਜਿੰਦਾ ਬਚ ਕੇ ਨਿਕਲ ਗਿਆ ਇੱਥੋਂ ਦਰਿਆ ਤੋਂ। ਉਹ ਤਾਂ ਪਤਾ ਉਦੋਂ ਲੱਗਾ ਜਦੋਂ ਮਾਨ ਸਾਹਿਬ ਨੇ ਮੇਰੀ ਰਿਟ ਪਟੀਸ਼ਨ ਹਾਈ ਕੋਰਟ 'ਚ ਕਰ ਦਿੱਤੀ। ਤੁਹਾਨੂੰ ਖਤਮ ਕਿਉਂ ਕਰਨਾ ਚਾਹੁੰਦੇ ਸੀ? ਮੈਨੂੰ ਖਤਮ ਤਾਂ ਕਰਨਾ ਚਾਹੁੰਦੇ ਸੀ ਵੀ ਮੈਂ ਇਹਨਾਂ ਦੀ ਜਿਹੜੀਆਂ ਪੁਲਿਸ ਦੀਆਂ ਜ਼ਿਆਦਤੀਆਂ ਜਿਹੜੀਆਂ ਨੇ ਮੈਂ ਤਕਰੀਬਨ ਉੱਥੇ ਵੱਡੇ ਅਫਸਰਾਂ ਨੂੰ, ਪ੍ਰੈਜ਼ੀਡੈਂਟ ਨੂੰ, ਚੀਫ ਜਸਟਿਸ ਨੂੰ, ਇਹਨਾਂ ਨੂੰ ਲਿਖਦਾ ਰਹਿੰਦਾ ਹਾਂ ਚਿੱਠੀਆਂ। ਮਨੁੱਖੀ ਅਧਿਕਾਰ ਕਾਰਕੁਨਵਾਨ ਸਾਰੇ ਮੈਂ ਹਾਂ ਸਾਰਿਆਂ ਨੂੰ ਲਿਖਦਾ ਰਹਿੰਦਾ ਸਾਂ ਮੈਂ। ਹੂੰ। ਇਹ ਤੋਂ ਚਿੜਦੇ ਸੀ ਇਹ। ਤੇ ਤੁਹਾਨੂੰ ਖਤਮ ਕਰਵਾਉਣ ਵੇਲੇ, ਜਦੋਂ ਖਤਮ ਕਰਾਉਣਾ ਚਾਹੁੰਦੇ ਸੀ, ਮੌਕੇ ਦਾ ਐਸਐਸਪੀ ਕੌਣ ਸੀ? ਜੀ ਸਿੰਘ ਸੰਧੂ। ਹੂੰ। ਇੱਕ ਪਾਰਟੀ ਤਗੜੀ ਹੈ, ਇੱਕ ਸਿੰਦਰਪਾਲ ਸਿੰਘ ਇੱਕ ਐਸਐਚ ਹੁੰਦਾ ਸੀ। ਉਹ ਇੱਕ ਹੋਰ ਜਿਹੜੇ ਹੁਣ ਅਖਾੜਾ ਕੇਸ ਸਾਰੇ ਫਸੇ, ਸਾਰੀ ਇੱਕ ਟੀਮ ਸੀ ਇਹ। ਇਹ ਮੈਂ ਲੱਕੀ ਸਮਝਦਾ ਵਾਂ। ਜਿਹੜੇ ਮਰ ਗਏ ਉਹਦੇ ਬੜਾ ਦੁੱਖ ਹੈ ਸਾਨੂੰ ਉਹਨਾਂ ਦਾ। ਸਾਨੂੰ ਕੁਝ ਬੋਲਣ ਵਾਸਤੇ ਬਚਤੇ ਗਏ ਆ। ਇਹ ਸਾਰੇ ਫਸੇ। ਹੁਣ ਕੁਲਦੀਪ ਜਿਹੜਾ ਪਹਿਲਾਂ ਭੱਜ ਕੇ ਜਦੋਂ ਭੱਜਿਆ ਉਸ ਨੂੰ ਆਇਆ ਹੀ ਇੱਥੇ ਵੀ ਸਾਡੇ ਕੋਲ, ਮੇਰੇ ਕੋਲ ਰਿਹਾ ਘਰ ਦੇ ਵਿੱਚ। ਤੁਸੀਂ ਦੱਸਿਆ ਖਾਲੜਾ ਸਾਹਿਬ ਵੀ ਮਿਲਣ ਆਏ ਸਨ, ਸ਼ਹੀਦ ਖਾਲੜਾ ਸਾਹਿਬ ਮਿਲਣ ਆਏ ਸੀ। ਜੇ ਮਿਲ ਪੈਂਦੇ ਨਾ ਤੇ ਫਿਰ ਬਹੁਤ ਚੰਗਾ ਹੋਣਾ। ਇੱਕ ਦਿਨ ਇਹ 1 ਘੰਟਾ ਫਰਕ ਪੈ ਗਿਆ। ਆਏ ਨਹੀਂ ਮੇਰੇ ਕੋਲ ਉਹ, ਤੇ 6 ਰੁਪਏ ਲਗਾ ਚੁੱਕਿਆ। ਉਹਨਾਂ ਮੈਨੂੰ ਇੱਕ ਸਲਿੱਪ ਦਿੱਤੀ ਸੀ ਆਪਣੀ ਨੰਬਰ, ਉਹ ਜਿਹੜੀ ਹੁੰਦੀ ਆ ਉਹ ਮੈਨੂੰ ਦਿੱਤੀ ਸੀ ਉਹਨਾਂ ਨੇ ਵੀ ਜਦੋਂ ਫੌਜੀ ਸਾਹਿਬ ਆਉਣ ਮੈਨੂੰ ਫੋਨ ਕਰਨ। ਰੁਕਾ ਦੇ ਗਏ? ਉਹ ਨਹੀਂ ਜਿਹੜਾ ਨੰਬਰ ਹੁੰਦਾ ਉਹਨਾਂ ਦਾ, ਉਹ ਕੀ ਨਾਮ, ਵਿਜ਼ਿਟਿੰਗ ਕਾਰਡ? ਹਾਂ ਵਿਜ਼ਿਟਿੰਗ ਕਾਰਡ ਜਿਹੜਾ ਛੋਟਾ ਬਣਿਆ ਹੁੰਦਾ, ਹੂੰ। ਉਹ ਮੇਰੇ ਕੋਲ ਪਿਆ ਨਾ। ਮੇਰੀ ਮਜਬੂਰੀ ਇਹ ਸੀ ਉਦੋਂ ਐਸਟੀ ਜਾ ਕੇ ਟੈਲੀਫੋਨ ਕਰਨਾ ਪੈਂਦਾ ਸੀਗਾ, ਤੇ ਤਰਨਤਾਰਨ ਨਹੀਂ ਕਰਨਾ, ਕੀ ਕਰਨਾ। ਮੈਂ ਅੱਜ ਤੱਕ ਪਛਤਾਉਣਾ। ਵੈਸੇ ਮੈਂ ਉਹਨਾਂ ਨੂੰ ਫੋਨ ਕਰਦਾ, ਮੇਰੇ ਕੋਲ ਆ ਜਾਂਦੇ। ਮੇਰੇ ਕੋਲ CRP ਲੱਗ ਗਈ ਸੀ ਤੇ ਮੈਂ ਆਪਣੇ ਕੋਲ ਰੱਖ ਲੈਂਦਾ ਉਹਨਾਂ ਨੂੰ, ਤੇ ਦੋਵੇਂ ਉਮਰ ਵਾਸਤੇ ਕੰਮ ਕਰਦੇ ਰਲ ਕੇ। ਸਾਨੂੰ ਸੁਣਨ ਵਾਲੇ ਜਿਹੜੇ Sikh24.com ਤੇ ਇਸ ਵੇਲੇ ਵੇਖ ਰਹੇ ਆ, ਅਸੀਂ ਗੱਲ ਬੇਸ਼ੱਕ 3 ਜੂਨ 1984 ਦੀ ਕਰ ਰਹੇ ਹਾਂ, ਜੋ ਸਾਡੇ ਨਾਲ ਸਿੱਖਾਂ ਨਾਲ 1984 'ਚ ਵਾਪਰਿਆ। ਉਸ ਵੇਲੇ ਸਰਦਾਰ ਸੁਰਿੰਦਰ ਸਿੰਘ ਫੌਜੀ, ਜਿਹੜੇ ਤੁਸੀਂ ਸਾਹਮਣੇ ਸਕਰੀਨ ਤੇ ਵੇਖ ਰਹੇ ਹੋ, ਇਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਗਏ ਸਨ। ਅਤੇ ਉਸ ਉਪਰੰਤ ਜਿਹੜਾ ਸਰਕਾਰੀ ਤਸ਼ੱਦਦ ਸਿੱਖਾਂ ਤੇ ਝੁੱਲਿਆ, ਉਹਦੇ ਖੁਦ ਇਹ ਪੀੜਤ ਰਹੇ। ਇਹਨਾਂ ਦੀ ਜਾਨ ਮਸਾਂ ਬਚੀ, ਅੱਜ ਸਾਡੇ ਸਾਹਮਣੇ ਨੇ। ਇਹ ਜਿਹੜੀ ਲੰਮੀ ਗੱਲਬਾਤ ਹੈ, ਅਸੀਂ ਨੇੜ ਭਵਿੱਖ ਦੇ ਵਿੱਚ ਇਹਨਾਂ ਨਾਲ ਲੰਮੇ ਰੂਪ 'ਚ ਕਰਾਂਗੇ। ਫੌਜੀ ਸਾਹਿਬ, ਅਸੀਂ ਤੁਹਾਡੀ ਸਾਰੀ ਗੱਲ ਜਾਣਨਾ ਚਾਹੁੰਦੇ ਹਾਂ, ਸਿੱਖ ਸੰਗਤ ਤੱਕ ਰੱਖਣਾ ਚਾਹੁੰਦੇ ਹਾਂ। ਆਉਣ ਵਾਲੇ ਸਮੇਂ 'ਚ ਆਪਾਂ ਤੁਹਾਡੀ ਗੱਲ ਨੂੰ ਅੱਗੇ ਖੋਲ੍ਹਾਂਗੇ। ਹੁਣ ਜਿਹੜੀ ਗੱਲਬਾਤ ਕੀਤੀ, ਤੁਹਾਡਾ ਮੈਂ ਧੰਨਵਾਦ ਕਰਦਾ। ਤੁਸੀਂ ਬਹੁਤ ਵਿਸਥਾਰ ਦੇ ਨਾਲ ਵੈਲਕਮ ਤੇ ਸ਼ਹੀਦਾਂ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਬੋਲੇ ਹੋ, ਸਿੱਖੀ ਦੇ ਦਰ 'ਚ ਬੋਲੇ ਹੋ। ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।